ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਮਸਤੇ अस्सलाम वालेकुम greetings of the day welcome back to your own YouTube channel Professor K ਪੁਸ਼ਪਿੰਦਰ ਸਿੰਘ a tutor who learns। ਅੱਜ ਦਾ ਜਿਹੜਾ ਇਹ ਟੌਪਿਕ ਹੈ ਆਪਾਂ ਟੌਪਿਕ ਕਵਰ ਕਰਾਂਗੇ ਇਹਦੇ ਵਿੱਚ ਪ੍ਰਿੰਸੀਪਲਸ of growth and development their implication educational implications ਤੇ ਨਾਲ ਹੀ ਆਪਾਂ ਕਰਾਂਗੇ ਕਿ ਜਿਹੜੇ ਫੈਕਟਰ ਉਹਨੂੰ ਇਨਫਲੂਐਂਸ ਕਰਦੇ ਆ ਗਰੋਥ ਐਂਡ ਡਿਵੈਲਪਮੈਂਟ ਨੂੰ। ਤਾਂ ਇਹਦੇ ਵਿੱਚ ਸ਼ੋਰਟ ਕੁਐਸਚਨਸ ਆਪਾਂ ਦੇਖ ਲੈਂਦੇ ਹਾਂ ਕਿਸ ਤਰ੍ਹਾਂ ਦੇ ਆਉਂਦੇ ਹੁੰਦੇ ਨੇ। ਸ਼ੋਰਟ ਕੁਐਸਚਨ ਇਹਦੇ ਚੋਂ ਬਣਦੇ ਆ ਵਾਟ ਆਰ ਐਜੂਕੇਸ਼ਨਲ ਇੰਪਲੀਕੇਸ਼ਨ ਆਫ ਦ ਪ੍ਰਿੰਸੀਪਲ ਆਫ ਗਰੋਥ ਐਂਡ ਡਿਵੈਲਪਮੈਂਟ, ਜਿਹਦੇ ਵਿੱਚ ਤੁਸੀਂ ਗਰੋਥ ਐਂਡ ਡਿਵੈਲਪਮੈਂਟ ਦੀ ਛੋਟੀ ਜਿਹੀ ਇੰਟਰੋਡਕਸ਼ਨ ਦੇ ਕੇ ਗਰੋਥ ਬਾਰੇ ਦੱਸਣਾ, ਡਿਵੈਲਪਮੈਂਟ ਬਾਰੇ ਦੱਸਣਾ। ਉਸ ਤੋਂ ਬਾਅਦ ਜਿਹੜੇ ਐਜੂਕੇਸ਼ਨਲ ਪ੍ਰਿੰਸੀਪਲਸ ਨੇ ਉਹਨਾਂ ਦੇ ਉੱਤੇ ਦੋ ਲਾਈਨਾਂ ਜਿਹੜੀਆਂ ਨੇ ਲਿਖ ਦੇਣੀਆਂ ਨੇ ਉਹਨਾਂ ਦੇ ਹੈਡਿੰਗਸ ਦੇ ਨਾਲ ਐਕਸਪਲੇਨ ਕਰਕੇ। ਵਿਚ ਫੈਕਟਰ ਅਫੈਕਟਸ ਫਰੋ ਗਰੋਥ ਐਂਡ ਡਿਵੈਲਪਮੈਂਟ, ਇਹਦੇ ਵਿੱਚ ਵੀ ਤੁਸੀਂ ਸੇਮ ਕਰਨਾ ਗਰੋਥ ਐਂਡ ਡਿਵੈਲਪਮੈਂਟ ਦੀ ਇੱਕ ਡੈਫੀਨੇਸ਼ਨ ਦੋਨਾਂ ਦੀ ਲਿਖ ਕੇ ਉਸ ਤੋਂ ਬਾਅਦ ਤੁਸੀਂ ਫੈਕਟਰ ਇਨਫਲੂਐਂਸਿੰਗ ਜਿਹੜੇ ਫੈਕਟਰ ਅਫੈਕਟ ਕਰਦੇ ਨੇ ਗਰੋਥ ਐਂਡ ਡਿਵੈਲਪਮੈਂਟ ਨੂੰ ਉਹਨਾਂ ਦੇ ਬਾਰੇ ਉਹਨਾਂ ਦੇ ਹੈਡਿੰਗਸ ਲਿਖ ਕੇ ਤੇ ਨਾਲ ਉਹਨਾਂ ਦੀ ਇੱਕ ਦੋ ਲਾਈਨ ਦੇ ਵਿੱਚ ਐਕਸਪਲੇਨੇਸ਼ਨ ਦੇ ਦੇਣੀ ਹੈ। Discuss principles of growth and development in brief, same here we long question which discuss in detail about principles of growth and development and their educational implications। ਇਹ ਜਿਹੜਾ ਹੈ ਬਹੁਤ ਚਾਂਸਸ ਨੇ ਇਹਦੇ ਆਉਣ ਦੇ। ਇਹਦੇ ਵਿੱਚ ਕੀ ਕਰਨਾ, ਤੁਸੀਂ ਗਰੋਥ ਬਾਰੇ ਪੂਰਾ ਲਿਖਣਾ, ਫਿਰ ਡਿਵੈਲਪਮੈਂਟ ਬਾਰੇ ਪੂਰਾ ਲਿਖਣਾ। ਉਹ ਤੁਸੀਂ ਇਸ ਤੋਂ ਪਹਿਲਾਂ ਜਿਹੜੀ ਆਪਾਂ ਵੀਡੀਓ ਪਾਈ ਆ ਉਸ ਵੀਡੀਓ ਦਾ ਲਿੰਕ ਉੱਪਰ ਆਈ ਬਟਨ ਦੇ ਵਿੱਚ ਆ ਰਿਹਾ ਤੇ ਇੱਥੋਂ ਦੇਖ ਲਿਓ, ਨਾਲ ਹੀ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਵੀ ਦੇ ਦਾਂਗੇ। ਤਾਂ ਇਹਦੇ ਵਿੱਚ ਤੁਸੀਂ ਜਦੋਂ ਇਹ ਕੁਐਸਚਨ ਸੋਲਵ ਕਰਨਾ ਹੈ, ਇਸ ਕੁਐਸਚਨ ਦੇ ਵਿੱਚ ਪਹਿਲਾਂ ਗਰੋਥ ਐਂਡ ਡਿਵੈਲਪਮੈਂਟ ਬਾਰੇ ਪੂਰੀ ਡਿਟੇਲ ਦੇ ਵਿੱਚ ਲਿਖਣਾ, ਉਹਨਾਂ ਦੀਆਂ ਡੈਫੀਨੇਸ਼ਨਸ, ਉਹਨਾਂ ਦਾ ਮੀਨਿੰਗ ਲਿਖਣੇ ਆ। ਔਰ ਜੇ ਤੁਹਾਨੂੰ ਹੋ ਸਕੇ ਤਾਂ ਜਿਹੜਾ ਆਪਾਂ ਉਹ ਗੋਲ ਵਾਲਾ ਡਾਇਗਰਾਮ ਬਣਾਇਆ ਸੀ ਇਸ ਤੋਂ ਪਹਿਲੇ ਵਾਲੇ ਟੌਪਿਕ ਦੇ ਵਿੱਚ, ਜਿਹਦੇ ਵਿੱਚ ਆਪਾਂ ਗਰੋਥ ਡਿਵੈਲਪਮੈਂਟ ਜਿਹੜੀ ਆ ਉਹ ਵੱਡੇ ਸਰਕਲ ਦੇ ਵਿੱਚ ਰੱਖੀ ਸੀਗੀ ਔਰ ਗਰੋਥ ਜਿਹੜੀ ਆ ਉਹ ਛੋਟੇ ਸਰਕਲ ਦੇ ਵਿੱਚ ਰੱਖੀ ਸੀਗੀ। ਉਹਦੇ ਅੰਦਰ ਕਿ ਗਰੋਥ ਜਿਹੜੀ ਆ ਉਹ ਜਸਟ ਅ ਪਾਰਟ ਐਂਡ ਪਾਰਸਲ ਆਫ ਡਿਵੈਲਪਮੈਂਟ, ਤਾਂ ਉਹ ਵੀ ਤੁਸੀਂ ਬਣਾ ਦੇਣਾ। ਉਸ ਤੋਂ ਬਾਅਦ ਤੁਸੀਂ ਜਿਹੜੇ ਐਜੂਕੇਸ਼ਨਲ ਪ੍ਰਿੰਸੀਪਲਸ ਜਿਹੜੇ ਨੇ ਉਹ ਲਿਖਣੇ ਸ਼ੁਰੂ ਕਰਨੇ ਔਰ ਫੁੱਲੀ ਐਕਸਪਲੇਨ ਕਰਨਾ। ਦੂਸਰਾ ਜਿਹੜਾ ਲੌਂਗ ਕੁਐਸਚਨ what are the different factors that affect growth and development, ਇਹਦੇ ਵਿੱਚ ਵੀ growth and development ਬਾਰੇ ਡਿਟੇਲ 'ਚ ਲਿਖ ਕੇ ਉਸ ਤੋਂ ਬਾਅਦ ਫੈਕਟਰਸ ਦੇ ਜਿਹੜੀ ਆ ਉਹ ਫੁੱਲ ਐਕਸਪਲੇਨੇਸ਼ਨ ਦੇਣੀ ਹੈ। ਤੇ ਆਓ ਸ਼ੁਰੂ ਕਰਦੇ ਹਾਂ ਹੁਣ ਅੱਜ ਦਾ ਆਪਾਂ ਇਹ ਟੌਪਿਕ, ਜਿਹਦੇ ਵਿੱਚ ਆਪਾਂ ਪ੍ਰਿੰਸੀਪਲਸ ਆਫ ਗਰੋਥ ਐਂਡ ਡਿਵੈਲਪਮੈਂਟ ਪਹਿਲਾਂ ਡਿਸਕਸ ਕਰਾਂਗੇ। ਤਾਂ ਪ੍ਰਿੰਸੀਪਲ ਆਫ ਗਰੋਥ ਐਂਡ ਡਿਵੈਲਪਮੈਂਟ ਦੇ ਵਿੱਚ ਫਸਟ ਆਪਣੇ ਕੋਲ ਆ ਜਾਂਦਾ ਪ੍ਰਿੰਸੀਪਲ ਆਫ ਕੰਟੀਨਿਊਟੀ। ਪ੍ਰਿੰਸੀਪਲ ਆਫ ਕੰਟੀਨਿਊਟੀ ਕੀ ਹੈ ਕਿ ਡਿਵੈਲਪਮੈਂਟ ਜਿਹੜੀ ਆ ਉਹ ਕੰਟੀਨਿਊਸ ਚੱਲਦੀ ਰਹਿੰਦੀ ਹੈ, ਗਰੋਥ ਵੀ ਕੰਟੀਨਿਊਸ ਚੱਲਦੀ ਰਹਿੰਦੀ ਹੈ, ਪਰ ਟਿਲ ਮੈਚਿਓਰਿਟੀ, ਉਹ ਮੈਚਿਓਰਿਟੀ ਤੱਕ ਚੱਲਦੀ ਹੈ। ਪਰ ਜਿਹੜੀ ਡਿਵੈਲਪਮੈਂਟ ਹੈ ਉਹ ਬਰਥ ਤੋਂ ਲੈ ਕੇ ਡੈਥ ਤੱਕ ਚੱਲਦੀ ਹੀ ਰਹਿੰਦੀ ਹੈ। ਡਿਵੈਲਪਮੈਂਟ ਆਪਣੀ ਹੁੰਦੀ ਰਹਿੰਦੀ ਹੈ, ਆਪਣਾ ਵਿਕਾਸ ਜਿਹੜਾ ਆ ਉਹ ਮੁੱਢ ਤੱਕ ਹੁੰਦਾ ਹੀ ਰਹਿੰਦਾ ਹੈ। ਸੈਕਿੰਡ ਹੈ ਪ੍ਰਿੰਸੀਪਲ ਆਫ ਯੂਨੀਫਾਰਮਿਟੀ ਆਫ ਪੈਟਰਨ। ਇਹਦਾ ਇੱਕ ਪੈਟਰਨ ਹੁੰਦਾ ਬੱਚੇ ਦੀ ਜਿਹੜੀ ਸਿਫੋਕੋਡੀਅਲ ਕਹਿ ਦਿੰਦੇ ਆ ਵੀ ਜਿਵੇਂ ਪਹਿਲਾਂ ਬੱਚੇ ਦਾ ਹਾਰਟ ਡਿਵੈਲਪ ਹੁੰਦਾ, ਹਾਰਟ ਤੋਂ ਫਿਰ ਹੌਲੀ ਹੌਲੀ ਆਲੇ ਦੁਆਲੇ ਚੱਲਦਾ ਰਹਿੰਦਾ। ਉਹ ਤੁਸੀਂ ਵੀਡੀਓ ਦੇਖਿਓ ਕਿ ਡਿਵੈਲਪਮੈਂਟ ਆਫ ਅ ਚਾਈਲਡ ਫਰੋਮ ਫਸਟ ਡੇ, ਹੈ ਨਾ, ਫਰੋਮ ਫਸਟ ਡੇ। ਤਾਂ ਉਹ ਜਿਹੜੀ ਆ ਉਹਦੇ ਵਿੱਚ ਵੀਡੀਓ 'ਚ ਉਹ ਦਿਖਾਇਆ ਗਿਆ ਹਾਰਟ ਪਹਿਲਾਂ ਬੀਟ ਕਰਦਾ, ਹਾਰਟ ਤੋਂ ਫਿਰ ਹੌਲੀ ਹੌਲੀ ਬਾਕੀ ਦਾ ਸਰੀਰ ਬਣਦਾ, ਫਿਰ ਬ੍ਰੇਨ ਬਣਦਾ, ਫਿਰ ਬੱਚੇ ਦੇ ਲਿੰਬਸ ਬਣਦੇ ਨੇ, ਲੱਤਾਂ ਬਣਦੀਆਂ ਨੇ, ਬਾਹਾਂ ਬਣਦੀਆਂ ਨੇ, ਫਿਰ ਹੱਥ ਬਣਦੇ ਨੇ, ਪੈਰ ਬਣਦੇ ਨੇ, ਮੂੰਹ ਬਣਦਾ ਆ, ਫਿਰ ਆਪਣਾ ਲਿਪਸ ਬਣਦੇ ਨੇ, ਫਿਰ ਆਈਜ਼ ਬਣਦੀਆਂ ਨੇ, ਕੰਨ ਬਣਦੇ ਆ। ਤਾਂ ਉਸੇ ਤਰ੍ਹਾਂ ਉਹ ਪੈਟਰਨ ਹੁੰਦਾ, ਇੱਕ ਯੂਨੀਫਾਰਮਿਟੀ ਪੈਟਰਨ ਆ ਔਰ ਇਹਦੇ ਨਾਲ ਹੀ ਜਿਹੜਾ ਚੱਲਦਾ ਰਹਿੰਦਾ ਹੈ ਬੱਚੇ ਦੀ ਗਰੋਥ ਤੇ ਡਿਵੈਲਪਮੈਂਟ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਥਰਡ ਪ੍ਰਿੰਸੀਪਲ ਆਪਣੇ ਕੋਲ ਆ ਜਾਂਦਾ ਪ੍ਰਿੰਸੀਪਲ ਆਫ ਲੈਕ ਆਫ ਮੈਚਿਓਰਿਟੀ, ਨਹੀਂ ਹੋਰ ਕੁਛ ਹੈ, ਪ੍ਰਿੰਸੀਪਲ ਆਫ ਲੈਕ ਆਫ ਯੂਨੀਫਾਰਮਿਟੀ ਇਨ ਦ ਡਿਵੈਲਪਮੈਂਟਲ ਰੇਟ। ਹੁਣ ਡਿਵੈਲਪਮੈਂਟਲ ਰੇਟ ਕੀ ਹੁੰਦਾ? ਡਿਵੈਲਪਮੈਂਟਲ ਰੇਟ ਇਹ ਹੈ ਕਿ ਵਿਕਾਸ ਦੇ ਜਿਹੜਾ ਵਿਕਾਸ ਦੀ ਦਰ ਹੈ ਉਹ ਜਿਹੜੀ ਆ ਉਹ ਅੱਡ ਹੁੰਦੀ ਹੈ। ਜਿਵੇਂ ਅੱਡ ਪੀਰੀਅਡਸ ਅਤੇ ਸਟੇਜਸ ਆਫ ਲਾਈਫ ਨੇ ਜਿਹਦੇ ਵਿੱਚ ਵਿਕਾਸ ਦੀ ਦਰ ਅੱਡ ਹੁੰਦੀ ਹੈ। ਸਭ ਤੋਂ ਪਹਿਲਾਂ ਜਿਹੜਾ ਬੱਚਾ ਇਨਫੈਂਟ ਹੁੰਦਾ ਉਹਦਾ ਵਿਕਾਸ ਬਹੁਤ ਛੇਤੀ ਹੁੰਦਾ। ਤੁਸੀਂ ਦੇਖਿਓ ਜਿਵੇਂ ਬੜੀ ਫਟਾਫਟ ਉਹਦੇ ਦੰਦ ਆਉਣੇ ਸ਼ੁਰੂ ਹੋ ਜਾਣਗੇ, ਉਹ ਦੌੜਨ ਲੱਗ ਜਾਂਦਾ, ਬੋਲਣ ਲੱਗ ਜਾਂਦਾ, ਗੱਲਾਂ ਕਰਨ ਲੱਗ ਜਾਂਦਾ। ਉਸ ਤੋਂ ਬਾਅਦ ਆਪਾਂ ਉਹਦੇ ਵਿੱਚ ਹੋਰ ਵਿਕਾਸ ਦੀਆਂ ਪੱਧਤੀਆਂ ਵਿੱਚ ਦੇਖਦੇ ਹਾਂ ਕਿ ਉਹ ਬਹੁਤ ਛੇਤੀ ਸਿੱਖਣ ਲੱਗ ਜਾਂਦਾ ਚੀਜ਼ਾਂ ਨੂੰ। ਔਰ ਜਿੱਦਾਂ ਆਦਮੀ ਜਿਹੜਾ ਹੈ ਵੱਡਾ ਹੁੰਦਾ ਜਾਂਦਾ ਉਸ ਤਰ੍ਹਾਂ ਉਹਦੀ ਸਿੱਖਣ ਦੀ ਖਮਤਾ ਜਿਹੜੀ ਉਹ ਘੱਟਦੀ ਜਾਂਦੀ ਹੈ, ਕਿਉਂਕਿ ਅਸੀਂ ਉਹਨੂੰ ਕਨਫਾਈਨਡ ਕਰ ਦਿੰਦੇ ਹਾਂ। ਅਸੀਂ ਇੱਕ ਭਾਸ਼ਾ ਨਾਲ ਜੋੜਤਾ ਉਹਨੂੰ, ਜਾਂ ਮੰਨ ਲਓ ਦੋ ਭਾਸ਼ਾਵਾਂ ਨਾਲ ਜੋੜਤਾ, ਅਸੀਂ ਉਦੋਂ ਚੀਜ਼ਾਂ ਜਿਹੜੀਆਂ ਨੇ ਦੱਸਣੀਆਂ ਸ਼ੁਰੂ ਕਰਤੀਆਂ। ਉਸ ਤੋਂ ਬਾਅਦ ਅਸੀਂ ਉਹਦੀ ਨੂੰ ਕਹਿਣ ਲੱਗ ਜਾਂਦੇ ਕਿ ਤੂੰ ਹੁਣ ਸਿਆਣਾ ਹੋ ਗਿਆ, ਆਪ ਲੱਭ। ਤਾਂ ਉਹ ਚੀਜ਼ਾਂ ਜਿਹੜੀਆਂ ਨੇ ਉਹਦੇ ਵਿੱਚ ਯੂਨੀਫਾਰਮਿਟੀ ਜਿਹੜੀ ਆ ਉਹ ਕਿਤੇ ਨਾ ਕਿਤੇ ਲੈਕ ਕਰ ਜਾਂਦੀ ਹੈ। ਫੋਰਥ ਪ੍ਰਿੰਸੀਪਲ ਆਫ ਇੰਡੀਵਿਜੂਅਲ ਡਿਫਰੈਂਸ, ਇਹ ਬਹੁਤ ਇੰਪੋਰਟੈਂਟ ਹੈ। ਐਜੂਕੇਸ਼ਨਲ ਇੰਪਲੀਕੇਸ਼ਨਸ ਦੇ ਵਿੱਚ ਵੀ ਇਹਦਾ ਬਹੁਤ ਵੱਡਾ ਰੋਲ ਹੈ।
ਤਾਂ ਪ੍ਰਿੰਸੀਪਲ ਆਫ ਇੰਡੀਵਿਜੂਅਲ ਡਿਫਰੈਂਸ ਦੇ ਵਿੱਚ ਕੀ ਆਉਂਦਾ ਕਿ ਹਰੇਕ ਇੰਡੀਵਿਜੂਅਲ ਜਿਹੜਾ ਆ ਉਹ ਡਿਫਰੈਂਟ ਹੁੰਦਾ, ਉਹਦਾ ਗਰੋਥ ਪੈਟਰਨ ਡਿਫਰੈਂਟ ਹੈ, ਮਤਲਬ ਗਰੋਥ ਦੀ ਰੇਟ ਡਿਫਰੈਂਟ ਹੈ। ਵੀ ਕੋਈ ਇੱਕਦਮ ਲੰਬਾ ਹਾਈਟ ਹੋ ਜਾਂਦਾ, ਕਿਸੇ ਦੀ ਹਾਈਟ ਜਿਹੜੀ ਆ ਉਹ ਆਫਟਰ 10th ਵੱਧਦੀ ਹੈ, ਕਿਸੇ ਦੀ ਹਾਈਟ ਆਫਟਰ +2 ਵੱਧਦੀ ਹੈ, ਕਿਸੇ ਦੀ ਬੀਅਰਡ ਜਿਹੜੀ ਆ ਉਹ ਆਉਂਦੀ ਹੈ, ਜਿਵੇਂ ਕੁੜੀਆਂ ਦੇ ਵਿੱਚ ਕਿਸੇ ਦੇ ਲੰਬੇ ਵਾਲ ਹੁੰਦੇ ਆ, ਕਿਸੇ ਦੇ ਨਹੀਂ ਹੁੰਦੇ। ਤਾਂ ਡਿਵੈਲਪਮੈਂਟ ਦਾ ਵੀ ਇਸੇ ਤਰ੍ਹਾਂ ਇੰਡੀਵਿਜੂਅਲ ਡਿਫਰੈਂਟ ਹੁੰਦਾ, ਜਿਸ ਤਰ੍ਹਾਂ ਦਾ ਉਹਨੂੰ ਜੈਨੇਟਿਕਲੀ ਹੈ, ਉਹਦੇ ਫੈਮਿਲੀ ਦੇ ਵਿੱਚ ਕਿਸ ਤਰ੍ਹਾਂ ਦੇ ਨੇ। ਜੇ ਉਹਦੇ ਮੰਮੀ ਪਾਪਾ ਜਿਹੜੇ ਨੇ ਉਹ ਇੰਟੈਲੀਜੈਂਟ ਰਹੇ ਨੇ ਤਾਂ ਬੱਚਾ 99% ਇਹ ਹੁੰਦਾ ਕਿ ਇੰਟੈਲੀਜੈਂਟ ਹੀ ਹੋਊਗਾ। ਫਿਰ ਉਹਦਾ ਫੈਮਿਲੀ ਇਨਵਾਇਰਨਮੈਂਟ ਕਿਸ ਤਰ੍ਹਾਂ ਦਾ, ਉਹਦੇ ਘਰ ਦੇ ਵਿੱਚ ਮਾਹੌਲ ਹੈ ਪੜ੍ਹਾਈ ਵਾਲਾ ਤਾਂ ਉਹ ਪੜ੍ਹਨ ਵਾਲਾ ਬਣੂਗਾ। ਜੇ ਉਹਦੇ ਘਰ ਵਿੱਚ ਮਾਹੌਲ ਇੰਡਸਟਰੀ ਵਾਲਾ ਤਾਂ ਉਹ ਇੰਡਸਟਰੀ ਵਾਲਾ ਬਣੂਗਾ। ਤਾਂ ਉਹ ਜਿਹੜੇ ਨੇ ਉਹਦੇ ਨਾਲ ਇੰਡੀਵਿਜੂਅਲ ਡਿਫਰੈਂਸਿਸ ਆ ਜਾਂਦੇ ਆ। 5th ਪ੍ਰਿੰਸੀਪਲ ਆਪਣੇ ਕੋਲ ਹੈਗਾ ਪ੍ਰਿੰਸੀਪਲ ਆਫ ਪ੍ਰੋਸੀਡਿੰਗ ਫਰੋਮ ਜਨਰਲ ਟੂ ਸਪੈਸੀਫਿਕ। ਜਿਹੜੀ ਗਰੋਥ ਹੈ ਉਹ ਜਿਹੜੀ ਹੈ ਉਹ ਇਨ ਜਨਰਲ ਜਿਹੜਾ ਆ ਉਹ ਆਪਾਂ ਮੰਨ ਲੈਂਦੇ ਹਾਂ ਵੀ ਸਰੀਰਕ ਵਾਧਾ, ਉਹਦੇ ਨਾਲ ਜਿਹੜੀ ਆ ਆਪਣਾ ਬੌਧਿਕ ਵਾਧਾ ਵੀ ਹੁੰਦਾ ਰਹਿੰਦਾ। ਬੌਧਿਕ ਵਾਧਾ ਕਿਸ ਤਰ੍ਹਾਂ ਹੁੰਦਾ ਕਿ ਤੁਸੀਂ ਕਿਸੇ ਇੱਕ ਸਬਜੈਕਟ ਲਈ, ਜਿਵੇਂ ਮਾਸਟਰਸ ਕਰਦੇ ਹੋ, B.Ed ਤੁਸੀਂ ਕਰ ਰਹੇ ਹੋ, ਸਾਰੇ ਤੁਸੀਂ ਇੱਕ ਸਬਜੈਕਟ ਲਈ B.Ed ਕਰ ਰਹੇ ਹੋ, ਹੈ ਨਾ, ਤੁਸੀਂ ਪੜ੍ਹਾਉਣਾ ਆ, ਤਾਂ ਉਹਦੇ 'ਚ ਤੁਹਾਡਾ ਬੌਧਿਕ ਵਾਧਾ ਵੀ ਹੋ ਰਿਹਾ ਕਿ ਤੁਹਾਨੂੰ ਨਵੀਆਂ ਚੀਜ਼ਾਂ ਜਿਹੜੀਆਂ ਉਹ ਸਿੱਖਣ ਨੂੰ ਮਿਲ ਜਾਂਦੀਆਂ ਨੇ। ਉਸ ਤੋਂ ਬਾਅਦ ਜੇ ਆਪਾਂ ਦੇਖੀਏ ਕਿ ਡਿਵੈਲਪਮੈਂਟ ਦੇ ਵਿੱਚ ਡਿਵੈਲਪਮੈਂਟ ਜਿਹੜੀ ਆ ਉਹਦੇ ਵਿੱਚ ਸਿਰਫ ਇੱਕ ਕੀ ਹੈ ਕਿ ਬੱਚੇ ਨੇ ਪਹਿਲਾਂ ਮੰਮੀ ਪਾਪਾ ਨੂੰ ਸਿਰਫ ਮੰਮੀ ਪਾਪਾ ਕਹਿਣਾ ਸਿੱਖਿਆ। ਤੁਸੀਂ ਕਿਸੇ ਛੋਟੇ ਬੱਚੇ ਨੂੰ 2-3 ਸਾਲ ਦੇ ਬੱਚੇ ਨੂੰ ਪੁੱਛੋ, 3-4 ਸਾਲ ਦੇ ਬੱਚੇ ਨੂੰ ਪੁੱਛੋ ਕਿ ਪਾਪਾ ਦਾ ਨਾਮ ਕੀ ਹੈ, ਤਾਂ 90% ਚਾਂਸਸ ਨੇ ਕਿ ਉਹ ਗੱਲ ਕਹੂਗਾ ਮੇਰੇ ਪਾਪਾ ਦਾ ਨਾਮ ਹੈ ਪਾਪਾ, ਹੈ ਨਾ। ਫਿਰ ਆਪਾਂ ਹੌਲੀ ਹੌਲੀ ਉਹਨਾਂ ਨੂੰ ਸਪੈਸੀਫਿਕ ਵੱਲ ਲੈ ਕੇ ਜਾਂਦੇ ਹਾਂ। ਫਿਰ ਆਪਾਂ ਦੱਸਦੇ ਹਾਂ ਕਿ ਮਾਈ ਫਾਦਰਜ਼ ਨੇਮ ਇਜ਼ ਸੋ ਐਂਡ ਸੋ, ਮਾਈ ਮਦਰਜ਼ ਨੇਮ ਇਜ਼ ਸੋ ਐਂਡ ਸੋ। ਫਿਰ ਆਪਾਂ ਉਹਨੂੰ ਦੱਸਦੇ ਹਾਂ ਵੀ ਇਹ ਮਾਮਾ ਜੀ ਨੇ, ਇਹ ਚਾਚਾ ਜੀ ਨੇ, ਇਹ ਤਾਇਆ ਜੀ ਨੇ, ਇਹ ਫੁੱਫੜ ਜੀ ਨੇ, ਉਹ ਸਾਰੀਆਂ ਚੀਜ਼ਾਂ ਸਿਖਾਉਂਦੇ ਤਾਂ ਆਪਾਂ ਉਹਨੂੰ ਸਪੈਸੀਫਿਕ ਵੱਲ ਲੈ ਕੇ ਜਾਂਦੇ। ਜਿਵੇਂ ਇਨ ਜਨਰਲ ਪਹਿਲਾਂ ਬੱਚੇ ਨੂੰ ਲੈਂਗੁਏਜ ਜਿਹੜੀ ਆ ਉਹ ਸਿਖਾਈ ਜਾਂਦੀ ਹੈ, ਤਾਂ ਉਹਦੇ ਵਿੱਚ ABCD ਸਿਖਾਈ ਜਾਂਦੀ ਹੈ ਨਾ। ਫਿਰ ਉਸ ਤੋਂ ਬਾਅਦ 2 ਲੈਟਰਸ ਵਾਲੇ, 3 ਲੈਟਰਸ ਵਾਲੇ, ਫਿਰ ਪੂਰਾ ਸੈਂਟੈਂਸ ਆ ਜਾਂਦਾ। ਫਿਰ ਬੱਚੇ ਨੂੰ ਆਪਾਂ ਕਹਿ ਦਿੰਦੇ ਹਾਂ 5th ਕਲਾਸ ਦੇ ਵਿੱਚ ਕਿ 12 ਲਾਈਨਸ ਲਿਖੋ, ਇੱਕ ਪੈਰਾਗ੍ਰਾਫ ਲਿਖੋ। ਫਿਰ 6th 7th 8th ਦੇ ਵਿੱਚ ਜਾਂਦੇ ਫਿਰ 10th ਤੱਕ ਆਉਂਦੇ ਬੱਚੇ ਨੂੰ ਸਿਰਫ ਇੱਕ ਟੌਪਿਕ ਦਿੱਤਾ ਜਾਂਦਾ ਔਰ ਉਸ ਟੌਪਿਕ ਦੇ ਉੱਤੇ ਉਹਨੇ 300 ਵਰਡਸ ਲਿਖਣੇ ਹੁੰਦੇ, ਤਾਂ ਉਹ ਸਪੈਸੀਫਿਕ ਵੱਲ ਆਪਾਂ ਲੈ ਕੇ ਜਾਂਦੇ ਹਾਂ। 6th ਪ੍ਰਿੰਸੀਪਲ ਜਿਹੜਾ ਆਪਣੇ ਕੋਲੇ ਆ ਜਾਂਦਾ, 6th ਪ੍ਰਿੰਸੀਪਲ ਇੱਥੇ ਹੈਗਾ ਪ੍ਰਿੰਸੀਪਲ ਆਫ ਇੰਟੀਗ੍ਰੇਸ਼ਨ। ਇੰਟੀਗ੍ਰੇਸ਼ਨ ਕੀ ਹੈ? ਗਰੋਥ ਐਂਡ ਡਿਵੈਲਪਮੈਂਟ ਦੀ ਇੰਟੀਗ੍ਰੇਸ਼ਨ ਹੈ ਇਹ, ਜਿਹਦੇ ਵਿੱਚ ਆਪਾਂ ਦੇਖਣਾ ਹੈ ਕਿ ਡਿਵੈਲਪਮੈਂਟ ਜਿਹੜੀ ਹੈ ਉਹ ਐਜ਼ ਅ ਹੋਲ ਅਤੇ ਇਹਦੇ ਜਿਹੜੇ ਪਾਰਟਸ ਨੇ ਸਪੈਸੀਫਿਕ ਜਨਰਲ ਰਿਸਪੌਂਸ 'ਤੇ ਹੋਵੇ, ਜਿਹੜੇ ਚਾਈਲਡ ਨੂੰ ਸੈਟਿਸਫੈਕਟਰੀ ਡਿਵੈਲਪਮੈਂਟ ਦੇਣ। ਹੁਣ ਗਰੋਥ ਐਂਡ ਡਿਵੈਲਪਮੈਂਟ ਦੀ ਇੰਟੀਗ੍ਰੇਸ਼ਨ ਕਿਸ ਤਰ੍ਹਾਂ ਚੱਲਦੀ ਹੈ ਕਿ ਜੇ ਬੱਚੇ ਦੇ ਹੱਥ ਪੈਰ ਗਰੋ ਹੋ ਰਹੇ ਨੇ ਤਾਂ ਤੁਸੀਂ ਬੱਚੇ ਨੂੰ ਨਾਲ ਤੁਰਨਾ ਵੀ ਸਿਖਾ ਰਹੇ ਹੋ, ਠੀਕ ਹੈ, ਬਾਲ ਦੇ ਨਾਲ ਕੈਚ ਕਰਨਾ ਸਿਖਾ ਰਹੇ ਹੋ ਔਰ ਚੀਜ਼ਾਂ ਨੂੰ ਚੁੱਕਣਾ ਰੱਖਣਾ ਸਿਖਾ ਰਹੇ ਹੋ। ਦੈਟ ਇਜ਼ ਗਰੋਥ ਐਂਡ ਡਿਵੈਲਪਮੈਂਟ। ਉਸ ਤੋਂ ਬਾਅਦ ਇੰਟੀਗ੍ਰੇਸ਼ਨ ਕਾਫੀ ਚੀਜ਼ਾਂ ਦੀ ਕੀਤੀ ਜਾ ਸਕਦੀ, ਜਿਵੇਂ ਬਲੋਕ ਵਾਲੀ ਇੱਕ ਗੇਮ ਆਉਂਦੀ ਹੈ ਬੱਚਿਆਂ ਦੀ। ਉਹ ਬਲੋਕ ਵਾਲੀ ਗੇਮ ਦੇ ਵਿੱਚ ਕੀ ਹੁੰਦਾ ਕਿ ਬੱਚਾ ਉਸ ਬਲੋਕ ਨੂੰ ਚੁੱਕ ਕੇ ਦੂਜੇ ਬਲੋਕ ਦੇ ਵਿੱਚ ਫਿਕਸ ਵੀ ਕਰ ਰਿਹਾ, ਉਹਦਾ ਗਰੋਥ ਹੋ ਰਹੀ ਹੈ ਹੱਥਾਂ ਪੈਰਾਂ ਦੀ, ਅਤੇ ਉਹ ਕਰੂਗਾ। ਨਾਲ ਹੀ ਉਹਦੀ ਡਿਵੈਲਪਮੈਂਟਲ ਸਟੇਜ ਕੀ ਹੈ ਕਿ ਉਸ ਬਲੋਕ ਤੋਂ ਕੁਝ ਕੰਸਟਰਕਟ ਕਰ ਸਕਦਾ ਹੈ, ਜਿਵੇਂ ਵਾਲ ਕੰਸਟਰਕਟ ਕਰ ਸਕਦਾ ਹੈ। ਕਈ ਬੱਚੇ ਕੈਸਲ ਬਣਾਉਂਦੇ ਨੇ, ਕੋਈ ਬਲੋਕ ਬਣਾਉਂਦੇ ਨੇ, ਕੋਈ ਕੁਛ ਬਣਾਉਂਦੇ ਨੇ, ਤਾਂ ਉਹਨਾਂ ਦੀ ਡਿਵੈਲਪਮੈਂਟ ਦੀ ਇੰਟੀਗ੍ਰੇਸ਼ਨ ਹੁੰਦੀ ਹੈ। 7th ਪ੍ਰਿੰਸੀਪਲ ਇਜ਼ ਪ੍ਰਿੰਸੀਪਲ ਆਫ ਇੰਟਰ ਰਿਲੇਸ਼ਨ। ਗਰੋਥ ਅਤੇ ਡਿਵੈਲਪਮੈਂਟ ਜਿਹੜੀਆਂ ਉਹ ਇੰਟਰ ਰਿਲੇਟਡ ਨੇ। ਜਿਵੇਂ ਇੱਕ ਆਮ ਕਹਾਵਤ ਹੈ ਕਿ ਹੈਲਦੀ ਮਾਈਂਡ ਲਿਵਸ ਇਨ ਅ ਹੈਲਦੀ ਬਾਡੀ। ਤਾਂ ਬਾਡੀ ਜਿੰਨੀ ਅੱਛੀ ਗਰੋ ਕਰੂਗੀ ਉਨਾ ਹੀ ਵਧੀਆ ਤੁਹਾਡਾ ਬ੍ਰੇਨ ਜਿਹੜਾ ਆ ਉਹ ਹੋਊਗਾ। ਤਾਂ ਬੋਡੀ ਦੀ ਗਰੋਥ ਲਈ ਤੁਹਾਨੂੰ ਨਿਊਟ੍ਰੀਸ਼ੀਅਸ ਫੂਡ ਖਾਣਾ ਪੈਂਦਾ ਆ ਔਰ ਬ੍ਰੇਨ ਦੀ ਡਿਵੈਲਪਮੈਂਟ ਲਈ ਤੁਹਾਨੂੰ ਅੱਛੀਆਂ ਬੁੱਕਸ ਪੜ੍ਹਨੀਆਂ ਪੈਂਦੀਆਂ ਨੇ ਔਰ ਅੱਛੀਆਂ ਐਕਟੀਵਿਟੀਜ਼ ਜਿਹੜੀਆਂ ਨੇ ਉਹ ਕਰਨੀਆਂ ਪੈਂਦੀਆਂ ਨੇ, ਜਿਹੜੀਆਂ ਕੰਸਟਰਕਟਿਵ ਅਤੇ ਪੋਜ਼ੀਟਿਵ ਐਕਟੀਵਿਟੀਜ਼ ਹੁੰਦੀਆਂ ਨੇ। 8th ਪ੍ਰਿੰਸੀਪਲ ਇਜ਼ ਪ੍ਰਿੰਸੀਪਲ ਆਫ ਪ੍ਰੈਡਿਕਟੇਬਿਲਿਟੀ। ਗਰੋਥ ਅਤੇ ਡਿਵੈਲਪਮੈਂਟ ਦੋਨਾਂ ਨੂੰ, ਗਰੋਥ ਨੂੰ ਪ੍ਰੈਡਿਕਟ ਕੀਤਾ ਜਾ ਸਕਦਾ 100%। ਡਿਵੈਲਪਮੈਂਟ ਜਿਹੜੀ ਆ ਉਹਨੂੰ ਇੰਨੀ ਪ੍ਰੈਡਿਕਟੇਬਲ ਨਹੀਂ ਹੁੰਦੀ, ਉਹ ਇਵੈਲੂਏਬਲ ਹੁੰਦੀ ਹੈ, ਮਤਲਬ ਇਵੈਲੂਏਟ ਕੀਤਾ ਜਾ ਸਕਦਾ, ਉਹਨੂੰ ਇਵੈਲੂਏਟ ਜਾਂ ਅਸੈਸ ਕੀਤਾ ਜਾ ਸਕਦਾ। ਜਿਵੇਂ ਅਸੀਂ ਕਰਦੇ ਹਾਂ, ਜਿਵੇਂ ਤੁਹਾਡਾ ਹੁਣ ਇੰਟਰਨਲ ਐਗਜ਼ਾਮ ਅਸੀਂ ਲਏ, ਤਾਂ ਇੰਟਰਨਲ ਐਗਜ਼ਾਮ ਲੈ ਕੇ ਮਤਲਬ ਕਾਲਜ ਵਾਲਿਆਂ ਨੇ ਜਦੋਂ ਤੁਹਾਡੇ ਇੰਟਰਨਲ ਐਗਜ਼ਾਮਸ ਲਏ ਨੇ, ਤਾਂ ਇੰਟਰਨਲ ਐਗਜ਼ਾਮਸ ਤੋਂ ਸਾਨੂੰ ਪਤਾ ਲੱਗਦਾ ਕਿ ਫਾਈਨਲਸ ਦੇ ਵਿੱਚ ਤੁਸੀਂ ਕਿੰਨਾ ਕੁ ਪਰਫੋਰਮ ਕਰੋਗੇ। ਉਸੇ ਤਰ੍ਹਾਂ ਜਿਹੜਾ ਗਰੋਥ ਹੈ, ਗਰੋਥ ਦੇ ਵਿੱਚ ਕੀ ਹੁੰਦਾ ਵੀ ਬੱਚੇ ਨੂੰ ਤੁਸੀਂ ਦੇਖਿਓ ਆਪਣੇ ਆਸ-ਪਾਸ, ਤੁਸੀਂ ਆਪਣੇ ਘਰ ਦੇ ਵਿੱਚ ਵੀ ਦੇਖਿਆ ਹੋਊਗਾ, ਜਿਹੜਾ ਬੱਚਾ 1.5 ਸਾਲ ਦਾ ਹੋ ਗਿਆ ਉਹਨੂੰ ਕਹਿ ਦਿੱਤਾ ਜਾਂਦਾ, ਪ੍ਰੈਡਿਕਟ ਕੀਤਾ ਜਾਂਦਾ ਵੀ 1.5 ਸਾਲ ਦਾ ਹੋ ਗਿਆ, ਇਹ ਬੈਠਣ ਲੱਗ ਗਿਆ, ਤੁਰਨ ਲੱਗ ਗਿਆ ਜਾਂ ਤੁਰਨ ਲੱਗ ਗਈ,
ਤੇ ਉਸ ਤੋਂ ਬਾਅਦ ਜਦੋਂ 2 ਸਾਲ ਦਾ ਹੋ ਜਾਂਦਾ ਬੋਲਣ ਲੱਗ ਗਈ, ਗੱਲਾਂ ਕਰਦੇ ਆ। ਤਾਂ ਇਹ ਜਿਹੜੀਆਂ ਚੀਜ਼ਾਂ ਨੇ ਇਹ ਪ੍ਰੈਡਿਕਟੇਬਲ ਹੁੰਦੀਆਂ ਨੇ। 9th ਪ੍ਰਿੰਸੀਪਲ ਇਜ਼ ਪ੍ਰਿੰਸੀਪਲ ਆਫ ਸਪਾਇਰਲ ਵਰਸਸ ਲੀਨੀਅਰ ਐਡਵਾਂਸਮੈਂਟ। ਤਾਂ ਇਹਦੇ ਵਿੱਚ ਹੁਣ ਆਪਣਾ ਇੱਕ ਡਾਇਗਰਾਮ ਬਣਦਾ ਕਿ ਜਿਹੜੀ ਡਿਵੈਲਪਮੈਂਟ ਹੈ ਉਹ ਹਮੇਸ਼ਾ ਸਪਾਇਰਲ ਹੁੰਦੀ ਹੈ। ਇਸ ਤਰ੍ਹਾਂ ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ, ਡਿਵੈਲਪਮੈਂਟ ਹਮੇਸ਼ਾ ਸਪਾਇਰਲ ਹੁੰਦੀ ਹੈ। ਸਪਾਇਰਲ ਕਿਸ ਤਰ੍ਹਾਂ ਵੀ ਉਹ ਬੇਸ ਤੋਂ ਸਟਾਰਟ ਹੋਈ, ਉਸ ਤੋਂ ਬਾਅਦ ਉਹ ਬੱਚੇ ਨੇ ਕਿਸੇ ਚੀਜ਼ ਨੂੰ ਸਿੱਖਿਆ, ਉਸ ਤੋਂ ਬਾਅਦ ਉਹਨੇ ਪ੍ਰੈਕਟਿਸ ਕੀਤੀ ਉਹਨੂੰ, ਹੈ ਨਾ। ਉਹ ਪ੍ਰੈਕਟਿਸ ਕਰਕੇ ਫਿਰ ਇਸ ਤਰ੍ਹਾਂ ਡਿਵੈਲਪਮੈਂਟ ਹੁੰਦੀ ਔਰ ਸਪਾਇਰਲ ਮੋਸ਼ਨ ਦੇ ਵਿੱਚ ਹੁੰਦੀ ਰਹਿੰਦੀ। ਅਸੀਂ ਕਿਸੇ ਚੀਜ਼ ਨੂੰ ਦੇਖਦੇ ਹਾਂ, ਫਿਰ ਉਹਨੂੰ ਪ੍ਰੈਕਟਿਸ ਕਰਦੇ ਹਾਂ, ਫਿਰ ਉਹਨੂੰ ਸਿੱਖ ਲੈਂਦੇ ਹਾਂ, ਉਸ ਤਰੀਕੇ ਨਾਲ ਅਸੀਂ ਡਿਵੈਲਪ ਹੋ ਜਾਂਦੇ ਹਾਂ। ਜਿਵੇਂ ਤੁਸੀਂ B.Ed ਦੇ ਵਿੱਚ ਆਏ, ਤੁਹਾਨੂੰ ਪਹਿਲਾਂ ਸਬਜੈਕਟ ਮੁਸ਼ਕਿਲ ਲੱਗ ਰਹੇ ਨੇ, ਨੈਕਸਟ ਸਮੈਸਟਰ ਦੇ ਵਿੱਚ ਤੁਹਾਨੂੰ ਪਤਾ ਹੋਊਗਾ ਕਿ ਚਾਈਲਡ ਸਾਈਕੋਲੋਜੀ ਕੀ ਹੁੰਦੀ ਹੈ, ਕਿਸ ਤਰੀਕੇ ਨਾਲ ਆਪਾਂ ਆਨਸਰਸ ਲਿਖਣੇ ਆ, ਅਤੇ ਉਹ ਜਿਹੜੀ ਹੈ ਤੁਹਾਡੀ ਤੁਸੀਂ ਦੁਬਾਰਾ ਜਦੋਂ ਪੇਪਰ ਦਿਓਗੇ ਵਾਪਸ ਆ ਕੇ ਜਿਹੜੀ ਪੇਪਰ ਹੋਣਗੇ ਉਹ ਲਰਨਿੰਗ ਆਊਟਕਮ ਤੁਹਾਡੀ ਡਿਵੈਲਪਮੈਂਟ ਦੇ ਵਿੱਚ ਹੋ ਜੂਗੀ। ਔਰ ਦੂਜਾ ਕਿਹਾ ਜਾਂਦਾ ਐਜ਼ ਅਪੋਜ਼ਡ ਟੂ ਲੀਨੀਅਰ, ਲਾਈਨ ਥੋੜ੍ਹੀ ਜਿਹੀ ਟੇਢੀ ਪਰ ਸਿੱਧੀ ਲਾਈਨ ਹੋਣੀ ਚਾਹੀਦੀ ਹੈ। ਲੀਨੀਅਰ ਜਿਹੜੀ ਹੈ ਇਹ ਕਦੇ ਵੀ ਡਿਵੈਲਪਮੈਂਟ ਜਿਹੜੀ ਹੈ ਉਹ ਲੀਨੀਅਰ ਨਹੀਂ ਹੁੰਦੀ, ਇੱਕ ਸਿੱਧੀ ਸੇਧ 'ਚ ਨਹੀਂ ਚੱਲਦੀ। ਆ ਨਹੀਂ ਹੈਗਾ ਵੀ ਬੱਚਾ ਸਿਰਫ ਡਿਵੈਲਪਮੈਂਟ ਹੋਈ ਜਾ ਰਹੀ ਹੈ ਉਹਦੀ। ਕੋਈ ਬੱਚਾ ਹੈ ਉਹ ਸਿਰਫ ਡਿਵੈਲਪ ਹੀ ਹੋ ਰਿਹਾ, ਮਤਲਬ ਉਹਨੇ ਕੋਈ ਵੀ ਚੀਜ਼ ਦੇਖੀ ਅਤੇ ਉਹ ਸਿੱਖ ਲਈ, ਕਰ ਲਈ। ਉਹ ਇੱਦਾਂ ਕਦੇ ਵੀ ਨਹੀਂ ਹੁੰਦਾ। ਜਦ ਤੱਕ ਤੁਸੀਂ ਇੱਕ ਚੀਜ਼ ਨੂੰ ਕਰਕੇ ਪ੍ਰੈਕਟਿਸ ਕਰਕੇ ਨਹੀਂ ਦੇਖਦੇ, ਉਦੋਂ ਤੱਕ ਤੁਸੀਂ ਪਰਫੈਕਟ ਨਹੀਂ ਹੁੰਦੇ ਉਹਦੇ ਵਿੱਚ। ਅਤੇ ਇਹ ਡਾਇਗਰਾਮ ਜਿਹੜਾ ਤੁਸੀਂ ਜ਼ਰੂਰ ਬਣਾਉਣਾ ਹੈ। ਇਸੇ ਤਰ੍ਹਾਂ ਤੁਸੀਂ ਲਿਖਣਾ ਹੈ ਸਪਾਇਰਲ ਪੈਟਰਨ ਆਫ ਮੂਵਮੈਂਟ ਇਨ ਡਿਵੈਲਪਮੈਂਟ ਐਜ਼ ਅਪੋਜ਼ਡ ਟੂ ਲੀਨੀਅਰ। ਤਾਂ ਇੱਦਾਂ ਹੀ ਲਿਖ ਕੇ ਤੁਸੀਂ ਫਿਰ ਰੱਖਣਾ ਹੈ। ਨੈਕਸਟ ਜੇ ਆਪਾਂ ਦੇਖੀਏ ਤਾਂ 10th ਪ੍ਰਿੰਸੀਪਲ ਆਫ ਇੰਟਰੈਕਸ਼ਨ ਆਫ ਮੈਚੂਰੇਸ਼ਨ ਐਂਡ ਲਰਨਿੰਗ। ਜਿੱਦਾਂ ਤੁਹਾਡੀ ਮੈਚੋਰਿਟੀ ਵੱਧਦੀ ਹੈ ਉੱਦਾਂ ਤੁਸੀਂ ਜਿਹੜੇ ਤੁਹਾਡੇ ਕੈਰੈਕਟਰਿਸਟਿਕਸ, ਐਬਿਲਿਟੀ ਅਤੇ ਟ੍ਰੇਟਸ ਤੁਹਾਡੇ ਹੁੰਦੇ ਨੇ ਉਹ ਤੁਹਾਡੇ ਜਿਹੜੇ ਨੇ ਲਰਨਿੰਗ ਤੋਂ ਚੇਂਜ ਹੁੰਦੇ ਨੇ। ਤਾਂ ਤੁਸੀਂ ਦੇਖਿਆ ਹੋਊਗਾ ਆਮ ਕਰਕੇ ਜਿਹੜੇ ਐਜੂਕੇਟਿਡ ਬੰਦੇ ਦਾ ਪਤਾ ਲੱਗਦਾ। ਐਜੂਕੇਟਿਡ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਨੇ MA PhD ਵਗੈਰਾ ਕੀਤੀ ਹੋਈ ਹੈ, ਨੋ। ਐਜੂਕੇਟਿਡ ਮਤਲਬ ਜਿਹਨੂੰ ਦੂਸਰੇ ਨਾਲ ਗੱਲ ਕਰਨ ਦੀ ਤਮੀਜ਼ ਹੋਵੇ, ਜਿਹਨੂੰ ਦੂਸਰੇ ਨਾਲ ਬਿਹੇਵੀਅਰ ਸਹੀ ਕਰਨਾ ਆਉਂਦਾ ਹੋਵੇ, ਜਿਹਦੀ ਭਾਸ਼ਾ ਸੁਣ ਕੇ ਜਿਹੜੀ ਹੈ ਤੁਹਾਨੂੰ ਇੱਕ ਅੱਛੀ ਭਾਸ਼ਾ ਦਾ ਉਹ ਪ੍ਰਵਕਤਾ ਹੋਵੇ। ਤਾਂ ਉਹ ਜਿਹੜੀ ਹੈ ਉਹਦੇ ਵਿੱਚ ਮੈਚੂਰੇਸ਼ਨ ਨਾਲ, ਜਿਵੇਂ ਕਹਿੰਦੇ ਨਹੀਂ ਉਮਰ ਨਾਲ ਬੰਦਾ ਸਿਆਣਾ ਹੋ ਜਾਂਦਾ, ਤਾਂ ਕਈ ਬੰਦੇ ਨਹੀਂ ਵੀ ਸਿਆਣੇ ਹੁੰਦੇ। ਤਾਂ ਵੱਧਦੀ ਉਮਰ ਨਾਲ ਮੈਚੂਰੇਸ਼ਨ ਜਿਹੜੀ ਆਉਂਦੀ ਰਹਿੰਦੀ ਹੈ, ਔਰ ਬੰਦਾ ਆਪਣੇ ਲਾਈਫ ਸਕਿੱਲ ਤੋਂ ਸਿੱਖਦਾ ਔਰ ਉਹਦੀ ਡਿਵੈਲਪਮੈਂਟ ਜਿਹੜੀ ਆ ਆਪਟੀਮਲ ਡਿਵੈਲਪਮੈਂਟ ਹੁੰਦੀ ਰਹਿੰਦੀ ਹੈ। ਉਸ ਤੋਂ ਬਾਅਦ ਕੁਝ ਕੁ ਪ੍ਰਿੰਸੀਪਲਸ ਹੋਰ ਨੇ ਜਿਹੜੇ ਆਪਾਂ ਤੁਸੀਂ ਚਾਹੋ ਤਾਂ ਲਿਖ ਸਕਦੇ ਹੋ। ਪ੍ਰਿੰਸੀਪਲ ਆਫ ਕੁਆਂਟੀਟੇਟਿਵ ਐਂਡ ਕੁਆਲੀਟੇਟਿਵ ਚੇਂਜਸ, ਕਿ ਸਰੀਰਕ ਵਾਧਾ ਹੁੰਦਾ। ਕੁਆਲੀਟੇਟਿਵ ਚੇਂਜਸ ਦੇ ਵਿੱਚ ਕੀ ਹੁੰਦਾ ਕਿ ਡਿਵੈਲਪਮੈਂਟ ਕਿਸ ਤਰ੍ਹਾਂ ਹੁੰਦੀ ਹੈ। ਤੁਸੀਂ ਅਲੱਗ-ਅਲੱਗ ਭਾਸ਼ਾਵਾਂ ਸਿੱਖ ਲੈਂਦੇ ਹੋ, ਜਿਵੇਂ ਬੀਇੰਗ ਪੰਜਾਬੀ, ਆਪਾਂ ਪੰਜਾਬੀ, ਹਿੰਦੀ, ਇੰਗਲਿਸ਼ ਤਿੰਨੇ ਸਿੱਖ ਹੀ ਲੈਂਦੇ ਹਾਂ। ਅਤੇ ਪ੍ਰਿੰਸੀਪਲ ਆਫ ਇੰਟਰੈਕਸ਼ਨ ਆਫ ਹੈਰੀਡਿਟੀ ਐਂਡ ਇਨਵਾਇਰਨਮੈਂਟ, ਜਿਹੜੀ ਗਰੋਥ ਅਤੇ ਡਿਵੈਲਪਮੈਂਟ ਆ ਉਹ ਹੈਰੀਡਿਟੀ ਆਪਣੇ ਜੱਦ ਤੋਂ ਅਤੇ ਇਨਵਾਇਰਨਮੈਂਟ ਆਪਣੇ ਵਾਤਾਵਰਨ ਤੋਂ ਬਹੁਤ ਪ੍ਰਭਾਵਿਤ ਹੁੰਦੇ ਨੇ। ਪ੍ਰਿੰਸੀਪਲ ਆਫ ਸੀਕੁਐਂਸ਼ੀਅਲ ਡਿਵੈਲਪਮੈਂਟ ਜਿਹੜੀ ਹੈ ਇੱਕ ਸੀਕੁਐਂਸ ਦੇ ਵਿੱਚ ਹੁੰਦੀ ਹੈ ਹਮੇਸ਼ਾ। ਸੀਕੁਐਂਸ਼ੀਅਲ ਕਿਸ ਤਰ੍ਹਾਂ, ਸੀਕੁਐਂਸ ਦੇ ਵਿੱਚ ਕਿਸ ਤਰ੍ਹਾਂ ਹੁੰਦੀ ਹੈ ਕਿ ਤੁਸੀਂ ਜਦੋਂ ਬੱਚਾ ਵੱਡਾ ਹੁੰਦਾ, ਜਿੱਦਾਂ ਉਹਦਾ ਵਾਧਾ ਹੁੰਦਾ, ਤਾਂ ਸਿੱਧਾ ਤੁਸੀਂ ਉਹਨੂੰ ਇਹ ਨਹੀਂ ਸਿਖਾ ਸਕਦੇ, ਹੈ ਨਾ। ਤਾਂ ਪਹਿਲਾਂ ਤੁਸੀਂ ਉਹਨੂੰ ਲਾਈਨਸ ਲਗਾਉਣੀਆਂ, ਪਹਿਲਾਂ ਤਾਂ ਕਲਰਸ ਅਤੇ ਪੈਨਸਿਲਸ ਫੜਨੇ ਸਿਖਾਉਂਦੇ ਹੋ। ਬੱਚਾ ਇੱਧਰ ਉੱਧਰ ਘਾਚੇ ਮੀਚੇ ਮਾਰਦਾ ਰਹਿੰਦਾ, ਫਿਰ ਉਹਨਾਂ ਨੂੰ ਤੁਸੀਂ ਲਾਈਨਸ ਲਗਾਉਣੀਆਂ ਸਿਖਾਉਂਦੇ ਹੋ। ਸਲਾਂਟ ਲਾਈਨ, ਟੇਢੀਆਂ ਲਾਈਨਾਂ, ਸਿੱਧੀਆਂ ਲਾਈਨਾਂ, ਖੜੀ ਲਾਈਨ, ਉਹ ਲੇਟੀ ਹੋਈ ਲਾਈਨ, ਉਹ ਸਾਰੀਆਂ ਲਗਾਉਣੀਆਂ ਸ਼ੁਰੂ ਕਰ ਦਿਓ। ਫਿਰ ਤੁਸੀਂ ਉਹਨੂੰ ਐਲਫਾਬੈਟਸ ਸਿਖਾਉਣਾ ਸ਼ੁਰੂ ਕਰ ਦਿਓ। ਤਾਂ ਇਹ ਸੀਕੁਐਂਸ ਹੈ। 14th ਇਜ਼ ਪ੍ਰਿੰਸੀਪਲ ਆਫ ਗੇਨ ਐਂਡ ਲੋਸ। ਤਾਂ ਹਾਂਜੀ, ਜਦੋਂ ਆਪਾਂ ਕੁਛ ਨਾ ਕੁਛ ਗੇਨ ਕਰਦੇ ਹਾਂ, ਨਾਲ ਦੀ ਨਾਲ ਆਪਣਾ ਕੁਛ ਨਾ ਕੁਛ ਲੋਸ ਵੀ ਹੁੰਦਾ। ਉਹਦੇ 'ਚ ਕੀ ਆ ਜਾਂਦਾ, ਗੇਨ ਦੇ ਵਿੱਚ ਕੀ ਆਉਂਦਾ, ਜਦੋਂ ਆਪਾਂ ਇੱਕ ਨਵੀਆਂ ਕੋਈ ਚੀਜ਼ਾਂ ਸਿੱਖਦੇ ਹਾਂ, ਜਿਵੇਂ ਬੱਚੇ ਨੇ ਨਵੀਆਂ ਸ਼ਰਾਰਤਾਂ ਸਿੱਖੀਆਂ, ਤਾਂ ਹੌਲੀ ਹੌਲੀ ਤੁਸੀਂ ਦੇਖਿਓ ਪੁਰਾਣੀਆਂ ਸ਼ਰਾਰਤਾਂ ਭੁੱਲਦਾ ਰਹਿੰਦਾ। ਹੁਣ ਤੁਸੀਂ ਦੇਖੋ ਕਿ ਤੁਸੀਂ ਗੇਨ ਕੀਤਾ ਕਿ ਤੁਸੀਂ ਇਸ ਟਾਈਮ 21, 22, 23, 24 ਮਤਲਬ 21 ਸਾਲ ਤੋਂ ਉੱਪਰ ਹੀ ਹੋ, ਤੁਸੀਂ B.Ed ਕਰ ਰਹੇ ਹੋ। ਤਾਂ ਇਸ ਉਮਰ ਦੇ ਵਿੱਚ ਕੀ ਤੁਸੀਂ ਉਹ ਛੋਟੇ ਬਚਪਨ ਵਾਲੀਆਂ ਬੱਚਿਆਂ ਵਾਲੀਆਂ ਸ਼ਰਾਰਤਾਂ ਕਰਦੇ ਹੋ, ਤਾਂ ਉਹ ਤੁਸੀਂ ਲੂਜ਼ ਕਰਤੀਆਂ ਹੋਈਆਂ ਨੇ। ਉਹ ਤੁਸੀਂ ਜਿਹੜੀਆਂ ਉਹ ਸ਼ਰਾਰਤਾਂ ਸੀ ਜਾਂ ਘਾਚੇ ਮੀਚੇ ਮਾਰਨੇ ਪੇਪਰਾਂ 'ਤੇ, ਤਾਂ ਉਹ ਤੁਸੀਂ ਲੂਜ਼ ਕਰਤੀਆਂ। ਜੇ ਨਹੀਂ ਲੂਜ਼ ਕੀਤੀਆਂ ਤਾਂ ਵੈਲ ਐਂਡ ਗੁੱਡ ਹੈ, ਕਿਉਂਕਿ ਆਪਣੇ ਅੰਦਰ ਦਾ ਬੱਚਾ ਜਿਹੜਾ ਜਾਗ ਕੇ ਰੱਖਣਾ ਚਾਹੀਦਾ। ਪਰ ਤੁਸੀਂ ਨੋਰਮਲੀ ਉਹ ਚੀਜ਼ਾਂ ਨਹੀਂ ਕਰਦੇ, ਤੁਸੀਂ ਵਾਲ ਦੇ ਉੱਤੇ ਕਦੇ ਵੀ ਨਹੀਂ ਲਿਖੋਗੇ, ਹੈ ਨਾ। ਤਾਂ ਐਜੂਕੇਸ਼ਨਲ ਇੰਪਲੀਕੇਸ਼ਨਸ ਦੀ ਦੇਖੀਏ ਕਿ ਐਜੂਕੇਸ਼ਨਲ ਇੰਪਲੀਕੇਸ਼ਨਸ ਆਫ ਪ੍ਰਿੰਸੀਪਲ ਆਫ ਗਰੋਥ ਐਂਡ ਡਿਵੈਲਪਮੈਂਟ ਕੀ ਹੈ। ਤਾਂ ਇੰਪੋਰਟੈਂਸ ਆਫ ਇੰਡੀਵਿਜੂਅਲ ਡਿਫਰੈਂਸਿਸ ਹੈ ਕਿ ਜੇ ਤੁਹਾਨੂੰ
ਇੰਡੀਵਿਜੂਅਲ ਡਿਫਰੈਂਸਿਸ ਦੇ ਇੰਪੋਰਟੈਂਸ ਦਾ ਪਤਾ ਹੋਊਗਾ ਤਾਂ ਤੁਸੀਂ ਕਲਾਸ ਦੇ ਵਿੱਚ ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਵਿਦਿਆਰਥੀ ਹੁੰਦੇ ਨੇ ਜਿਨ੍ਹਾਂ ਦੀ ਡਿਵੈਲਪਮੈਂਟਲ ਸਟੇਜਸ ਅਲੱਗ-ਅਲੱਗ ਨੇ, ਲਰਨਿੰਗ ਪਾਰ ਜਿਨ੍ਹਾਂ ਦੀ ਅਲੱਗ-ਅਲੱਗ ਹੈ ਉਹਨਾਂ ਨੂੰ ਤੁਸੀਂ ਪਛਾਣ ਸਕਦੇ ਹੋ। ਫਰੇਮਿੰਗ ਐਜੂਕੇਸ਼ਨਲ ਪ੍ਰੋਗਰਾਮ, ਤੁਸੀਂ ਉਹ ਐਜੂਕੇਸ਼ਨਲ ਪ੍ਰੋਗਰਾਮ ਜਦੋਂ ਬਣਾਉਣੇ ਨੇ ਉਦੋਂ ਤੁਹਾਨੂੰ ਪ੍ਰਿੰਸੀਪਲ ਜਿਹੜੇ ਪਤਾ ਹੋਣੇ ਚਾਹੀਦੇ ਆ। ਨੌਲੇਜ ਅਬਾਊਟ ਮੈਗਜ਼ਿਮਸ ਆਫ ਲਰਨਿੰਗ, ਤਾਂ ਪ੍ਰਿੰਸੀਪਲ ਆਫ ਇੰਟੀਗ੍ਰੇਸ਼ਨ ਜਿਹੜਾ ਸੀਗਾ ਵੀ ਕਿਸ ਤਰੀਕੇ ਨਾਲ ਆਪਾਂ ਡਿਵੈਲਪਮੈਂਟ ਨੂੰ ਗਰੋਥ ਨਾਲ ਇੰਟੀਗ੍ਰੇਟ ਕਰਨਾ ਹੈ ਕਿ ਅਸੀਂ ਬੱਚੇ ਦੀ ਕੀ ਡਿਵੈਲਪ ਕਰਨਾ ਚਾਹੁੰਦੇ ਹਾਂ ਤਾਂ ਉਹਦੀ ਗਰੋਥ ਕਿੰਨੀ ਹੋ ਚੁੱਕੀ ਹੈ, ਤਾਂ ਉਸ ਹਿਸਾਬ ਨਾਲ ਆਪਾਂ ਪ੍ਰਿੰਸੀਪਲਸ ਆਫ ਜਿਹੜੇ ਮੈਗਜ਼ਿਮਸ ਨੇ ਲਰਨਿੰਗ ਦੇ ਉਹ ਬਣਾਉਂਦੇ ਆ, ਟੀਚਿੰਗ ਮੈਥਡ ਜਿਹੜੇ ਆ ਉਹ ਬਣਾਉਂਦੇ ਆ। ਫੋਕਸ ਔਨ ਇੰਡੀਵਿਜੂਅਲ ਐਬਿਲਿਟੀਜ਼, ਕਿਉਂਕਿ ਆਪਾਂ ਨੂੰ ਪਤਾ ਵੀ ਸਾਰੇ ਇੰਡੀਵਿਜੂਅਲ ਜਿਹੜੇ ਨੇ ਉਹ ਅਲੱਗ-ਅਲੱਗ ਹੁੰਦੇ ਆ ਔਰ ਹਰੇਕ ਦੇ ਡਿਵੈਲਪਮੈਂਟ ਜਿਹੜੀ ਉਹ ਇੰਡੀਵਿਜੂਅਲ ਹੈ ਨਾ, ਵਿਅਕਤੀਗਤ ਹੈ ਜਿਹੜੀ ਵਿਕਾਸ ਹੈ, ਤਾਂ ਉਹਦੇ ਹਿਸਾਬ ਨਾਲ ਹੀ ਅਸੀਂ ਜਿਹੜੀਆਂ ਐਕਟੀਵਿਟੀਜ਼ ਆ ਉਹ ਕਰਦੇ ਹਾਂ। ਸਟੇਜ ਸਪੈਸੀਫਿਕ ਐਕਸਪੈਕਟੇਸ਼ਨਸ, ਸਟੇਜ ਸਪੈਸੀਫਿਕ ਐਕਸਪੈਕਟੇਸ਼ਨ ਕੀ ਨੇ ਕਿ ਤੁਸੀਂ ਇੱਕ 5 ਸਾਲ ਦੇ ਬੱਚੇ ਤੋਂ ਕਿਸ ਤਰੀਕੇ ਦੀਆਂ ਐਕਸਪੈਕਟੇਸ਼ਨਸ ਰੱਖਣੀਆਂ ਨੇ, ਕਿਸ ਤਰੀਕੇ ਦੀਆਂ ਉਹ ਤੋਂ ਐਕਟੀਵਿਟੀਜ਼ ਕਰਾਉਣੀਆਂ। 5 ਸਾਲ ਦੇ ਬੱਚੇ ਨੂੰ ਕਦੇ ਵੀ ਟ੍ਰਿਗਨੋਮੈਟਰੀ ਜਿਹੜੀ ਆ ਉਹ ਸੋਲਵ ਕਰਨ ਲਈ ਨਹੀਂ ਦਿੱਤੀ ਜਾਊਗੀ। ਇੰਪੋਰਟੈਂਸ ਆਫ ਕੰਡਕਟਿਵ ਐਨਵਾਇਰਨਮੈਂਟ, ਕੰਡਕਟਿਵ ਐਨਵਾਇਰਨਮੈਂਟ ਦੇ ਵਿੱਚ ਕੀ ਹੁੰਦਾ ਕਿ ਕੰਡਿਊਸ ਕਰਨਾ ਹੁੰਦਾ ਕਿ ਬੱਚੇ ਨੂੰ ਹਮੇਸ਼ਾ ਇਹ ਦੇਖਣਾ ਹੈ ਕਿ ਬੱਚਾ ਕੀ ਕਹਿਣਾ ਚਾਹੁੰਦਾ, ਬੱਚੇ ਨੂੰ ਓਪਨ ਰੱਖੋ, ਬੱਚਾ ਕੀ ਕਹਿਣਾ ਚਾਹੁੰਦਾ, ਬੱਚਾ ਕਿਸ ਤਰ੍ਹਾਂ ਦਾ ਆਨਸਰ ਦੇਣਾ ਚਾਹੁੰਦਾ ਹੈ, ਬੱਚਾ ਕਿਸ ਤਰ੍ਹਾਂ ਦੀ ਐਕਟੀਵਿਟੀ ਕਰਨਾ ਚਾਹੁੰਦਾ, ਤਾਂ ਉਹ ਕੰਡਿਊਸ ਕਰਦਾ ਉਸ ਚੀਜ਼ਾਂ ਤੋਂ ਅਤੇ ਉਹਦੇ ਨਾਲ ਬੱਚੇ ਦਾ ਵਿਕਾਸ ਜਿਹੜਾ ਵੱਧ ਹੁੰਦਾ। ਪਲੈਨਿੰਗ ਲਰਨਿੰਗ ਐਕਸਪੀਰੀਅੰਸਿਸ, ਜਦੋਂ ਬੱਚੇ ਦਾ ਟੈਸਟ ਤਿਆਰ ਕੀਤਾ ਜਾਂਦਾ, ਬੱਚੇ ਦੀ ਵੈਲੂਏਸ਼ਨ ਤਿਆਰ ਕੀਤੀ ਜਾਂਦੀ ਹੈ, ਕੋਈ ਐਕਟੀਵਿਟੀ ਤਿਆਰ ਕੀਤੀ ਜਾਂਦੀ ਹੈ ਜਾਂ ਕੋਈ ਕੋ ਕਰਿਕੂਲਰ ਐਕਟੀਵਿਟੀ ਤਿਆਰ ਕੀਤੀ ਜਾਂਦੀ ਹੈ, ਉਹਦੇ ਵਿੱਚ ਪ੍ਰਿੰਸੀਪਲਸ ਜਿਹੜੇ ਨੇ ਉਹ ਬਹੁਤ ਹੈਲਪ ਕਰਦੇ ਨੇ। ਐਮਫਸਿਸ ਔਨ ਇੰਟਰ ਰਿਲੇਟਡ ਅਪਰੋਚ, ਇੰਟਰ ਰਿਲੇਟਡ ਅਪਰੋਚ ਕੀ ਹੈ ਕਿ ਗਰੋਥ ਐਂਡ ਡਿਵੈਲਪਮੈਂਟ ਦੋਨੇ ਜਿਹੜੇ ਨੇ ਇੰਟਰ ਰਿਲੇਟਡ ਨੇ, ਅਤੇ ਜੇ ਡਿਵੈਲਪਮੈਂਟ ਜਿਹੜੀ ਹੈ ਉਹ ਉਹਦਾ ਫਰਕ ਜਿਹੜਾ ਆ ਉਹ ਗਰੋਥ ਦੇ ਉੱਤੇ ਵੀ ਪਊਗਾ। ਜੇ ਵਿਕਾਸ ਜਿਹੜਾ ਪ੍ਰੋਪਰ ਤੁਸੀਂ ਨਹੀਂ ਕਰ ਰਹੇ, ਮੰਨ ਲਓ ਸਕੂਲ ਦੇ ਵਿੱਚ ਸਿਰਫ ਸਾਰਾ ਦਿਨ ਬਿਠਾ ਕੇ ਤੁਸੀਂ ਪੜ੍ਹਾ ਰਹੇ ਹੋ ਛੋਟੇ ਬੱਚੇ ਨੂੰ ਔਰ ਉਹਨੂੰ ਐਕਟੀਵਿਟੀ ਨਹੀਂ ਕਰਾ ਰਹੇ, ਤਾਂ ਉਹਦੀ ਫਿਜ਼ੀਕਲ ਗਰੋਥ ਵੀ ਕਿਤੇ ਨਾ ਕਿਤੇ ਇੰਪੈਕਟ ਹੋਊਗੀ ਹੀ ਹੋਊਗੀ। ਅੱਗੇ ਆਪਾਂ ਦੀ ਗੱਲ ਕਰਦੇ ਹਾਂ ਫੈਕਟਰਸ ਅਫੈਕਟਿੰਗ ਗਰੋਥ ਐਂਡ ਡਿਵੈਲਪਮੈਂਟ, ਤਾਂ ਇਹ ਆਪਣੇ ਕੋਲ ਜਿਹੜੇ ਫੈਕਟਰਸ ਅਫੈਕਟਿੰਗ ਗਰੋਥ ਐਂਡ ਡਿਵੈਲਪਮੈਂਟ ਉਹ ਆਪਣੇ ਕੋਲ ਦੋ ਆ ਜਾਂਦੇ ਆ। ਤੁਸੀਂ ਕੀ ਕਰਨਾ, ਤੁਸੀਂ ਸੋਹਣੇ ਤਰੀਕੇ ਨਾਲ ਦੋਨਾਂ ਨੂੰ ਇੱਦਾਂ ਕਲਾਊਡ ਬਣਾ ਲੈਣਾ ਜਾਂ ਇੱਦਾਂ ਸਰਕਲ ਲਗਾ ਲੈਣਾ, ਤਾਂ ਫੈਕਟਰਸ ਇੰਟਰਨਲ ਫੈਕਟਰ ਲਿਖ ਲੈਣੇ ਆ ਔਰ ਐਕਸਟਰਨਲ ਫੈਕਟਰਸ ਦੇ ਨੀਚੇ ਐਕਸਟਰਨਲ ਫੈਕਟਰਸ ਵਧੀਆ ਤਰੀਕੇ ਨਾਲ ਲਿਖ ਲੈਣੇ ਨੇ। ਅਤੇ ਇਹ ਦੋਨੋਂ ਤੁਸੀਂ ਦੇਖ ਲਓ ਵੀ ਇੰਟਰਨਲ ਅਤੇ ਐਕਸਟਰਨਲ ਫੈਕਟਰਸ ਜਿਹੜੇ ਨੇ ਉਹ ਇਸ ਤਰੀਕੇ ਨਾਲ ਦਿੱਤੇ। ਫਸਟ ਇੰਟਰਨਲ ਫੈਕਟਰ, ਉਸ ਤੋਂ ਬਾਅਦ ਸੈਕਿੰਡ ਇਹ ਐਕਸਟਰਨਲ ਫੈਕਟਰਸ ਨੇ। ਇਹ ਤੁਸੀਂ ਇਹਨਾਂ ਦੋਨਾਂ ਦੇ ਨੀਚੇ ਕੀ ਕਰਨਾ, ਤੁਸੀਂ ਇੱਕ ਵਧੀਆ ਪਿਆਰਾ ਜਿਹਾ ਡਾਇਗਰਾਮ ਬਣਾਉਣਾ ਹੈ। ਤੁਸੀਂ ਇੱਦਾਂ ਇਹਨੂੰ ਕਲਾਊਡ ਬਣਾਉਣਾ, ਕਿੱਥੇ ਗਿਆ ਆਪਣਾ ਟੂਲ, ਇੱਦਾਂ ਕਲਾਊਡ ਬਣਾ ਕੇ ਉਸ ਤੋਂ ਬਾਅਦ ਇਹਦੇ ਨੀਚੇ ਆਹ ਦੋਨੋਂ ਲਿਖ ਲੈਣੇ ਆ ਇੱਦਾਂ ਇੰਟਰਨਲ ਔਰ ਐਕਸਟਰਨਲ, ਅਤੇ ਇੱਦਾਂ ਦੋਨੇ ਬਣਾ ਕੇ ਇਹਦੇ ਨੀਚੇ ਇੰਟਰਨਲ ਦੇ ਪੁਆਇੰਟ, ਇਹਦੇ ਨੀਚੇ ਐਕਸਟਰਨਲ ਦੇ ਪੁਆਇੰਟਸ ਪਹਿਲਾਂ ਲਿਖ ਦੇਣੇ ਨੇ ਸੋਹਣੇ ਤਰੀਕੇ ਨਾਲ। ਲਿਖਣ ਤੋਂ ਬਾਅਦ ਹੀ ਆਪਾਂ ਐਕਸਪਲੇਨੇਸ਼ਨ ਸ਼ੁਰੂ ਕਰਨੀ ਹੈ। ਤਾਂ ਐਕਸਪਲੇਨੇਸ਼ਨ ਜਦੋਂ ਆਪਾਂ ਸ਼ੁਰੂ ਕਰਾਂਗੇ ਤਾਂ ਪਹਿਲਾਂ ਆਪਾਂ ਲਿਖਾਂਗੇ ਇੰਟਰਨਲ ਫੈਕਟਰ, ਜਿਹਦੇ ਵਿੱਚ ਆ ਜਾਂਦਾ ਹੈਰੀਡਿਟੀ, ਤੁਹਾਡਾ ਜਦ ਜਿਹੜਾ ਤੁਹਾਨੂੰ ਜੀਨਸ ਪ੍ਰਾਪਤ ਹੁੰਦੇ ਨੇ ਮਦਰ ਫਾਦਰ ਤੋਂ, ਤਾਂ ਉਹ ਬਹੁਤ ਇੰਪੈਕਟ ਕਰਦੇ ਨੇ ਗਰੋਥ ਐਂਡ ਡਿਵੈਲਪਮੈਂਟ 'ਤੇ। ਜਿਵੇਂ ਸਭ ਤੋਂ ਪਹਿਲਾਂ ਤਾਂ ਇਹੀ ਲਾ ਲਈਏ ਕਿ ਘੋੜੇ ਦਾ ਬੱਚਾ ਘੋੜਾ ਹੁੰਦਾ, ਸ਼ੇਰ ਦਾ ਬੱਚਾ ਸ਼ੇਰ ਹੁੰਦਾ, ਇਨਸਾਨ ਦਾ ਬੱਚਾ ਇਨਸਾਨ ਹੁੰਦਾ। ਜਿੱਦਾਂ ਦੇ ਤੁਹਾਡੇ ਮਦਰ ਫਾਦਰ ਦੇ ਵਾਲ ਹੋਣਗੇ ਉਸ ਤਰ੍ਹਾਂ ਦਾ ਕਲਰ ਹੁੰਦਾ। ਆਈ ਕਲਰ ਜਿਹੜਾ ਮਦਰ ਫਾਦਰ ਤੋਂ ਆਪਾਂ ਲੈਂਦੇ ਹਾਂ ਕਾਫੀ ਜੀਨਸ। ਹਾਈਟ ਜਿਹੜੀ ਆ ਤੁਹਾਡੇ ਬੋਲਣ ਦਾ ਅੰਦਾਜ਼ ਜਿਹੜਾ ਉਹ ਮਦਰ ਫਾਦਰ ਤੋਂ ਹੁੰਦਾ। ਜੈਂਡਰ ਦੇ ਵਿੱਚ ਆ ਗਿਆ ਕਿ ਗਰਲਸ ਅਤੇ ਬॉयਜ਼, ਮੇਲ ਅਤੇ ਫੀਮੇਲ ਜਿਹੜੇ ਨੇ ਉਹਨਾਂ ਦਾ ਵਾਧਾ ਵਿਕਾਸ ਜਿਹੜਾ ਆ ਉਹ ਜੈਨੀਟਲਸ ਕਰਕੇ ਅੱਡ ਹੁੰਦਾ ਉਹਨਾਂ ਦਾ। ਜਿੱਦਾਂ ਉਹ ਵੱਡੇ ਹੁੰਦੇ ਜਾਂਦੇ ਨੇ, ਜਦੋਂ ਉਹਨਾਂ ਦੇ ਜੈਨੀਟਲਸ ਗਰੋ ਕਰਦੇ ਨੇ ਤਾਂ ਬਾਇਓਲੋਜੀਕਲ ਉਹਨਾਂ ਦਾ ਦੋਨਾਂ ਦਾ ਜਿਹੜਾ ਵਿਕਾਸ ਉਹ ਅੱਡ ਹੁੰਦਾ। ਬਾਇਓਲੋਜੀਕਲ ਫੈਕਟਰਸ ਵਿੱਚ ਆਏ ਥਾਇਰਾਇਡ ਗਲੈਂਡ, ਪੈਨਕ੍ਰੀਆਜ਼, ਦੀ ਐਡਰਨਲ ਗਲੈਂਡਸ, ਗੋਨੈਡਸ, ਪਿਚੂਟਰੀ ਗਲੈਂਡਸ। ਜਿਹੜੇ ਗਲੈਂਡਸ ਹੁੰਦੇ ਨੇ, ਇਹ ਗਲੈਂਡਸ ਜਿਹੜੇ ਨੇ ਸਾਡੇ ਫਿਜ਼ੀਕਲ ਜਿਹੜੇ ਸਾਡੇ ਬਾਇਓਲੋਜੀਕਲ ਫੈਕਟਰਸ ਦੇ ਵਿੱਚ ਆਉਂਦੇ ਨੇ, ਪਰ ਇਹ ਨਾਲ ਦੀ ਨਾਲ ਸਾਡੇ ਵਾਧੇ 'ਤੇ ਬਹੁਤ ਫਰਕ ਪਾਉਂਦੇ ਨੇ। ਜਿਵੇਂ ਕਈ ਗਲੈਂਡਸ ਇਹੋ ਜਿਹੇ ਨੇ ਜਿਹੜੇ ਵੱਧ ਜਾਣ ਜਾਂ ਘੱਟ ਜਾਣ ਕਰਕੇ ਅਸੀਂ ਬਹੁਤ ਜ਼ਿਆਦਾ ਪਤਲੇ ਜਾਂ ਬਹੁਤ ਜ਼ਿਆਦਾ ਮੋਟੇ ਹੋਣ ਲੱਗ ਜਾਂਦੇ ਹਾਂ, ਹੈ ਨਾ। ਤਾਂ ਉਹ ਚੀਜ਼ਾਂ ਜਿਹੜੀਆਂ ਨੇ ਉਹ ਸਾਡੇ 'ਤੇ ਇਫੈਕਟ, ਜਿਹੜੇ ਸਾਡੇ ਵਾਧੇ ਵਿਕਾਸ 'ਤੇ ਇਫੈਕਟ ਪਾਉਂਦੀਆਂ ਨੇ। ਇੰਟੈਲੀਜੈਂਸ ਜਿਹੜੀ ਹੈ, ਜੇ ਮਦਰ ਅਤੇ ਫਾਦਰ ਦੋਨੋਂ ਇੰਟੈਲੀਜੈਂਟ ਨੇ, ਠੀਕ ਹੈ, ਘਰ ਦੇ ਵਿੱਚ ਮਾਹੌਲ ਜਿਹੜਾ ਆ ਉਹ ਉਸ ਤਰੀਕੇ ਦਾ ਮਾਹੌਲ ਹੈ ਜਿਹਦੇ ਵਿੱਚ ਇਹੋ ਜਿਹੀਆਂ ਐਕਟੀਵਿਟੀਜ਼ ਹੁੰਦੀਆਂ ਨੇ ਜਿਹਦੇ ਨਾਲ ਇੰਟੈਲੀਜੈਂਸ ਡਿਵੈਲਪਮੈਂਟ ਹੁੰਦੀ ਹੈ, ਤਾਂ ਉਹਦਾ ਬਹੁਤ ਇੰਪੈਕਟ ਪੈਂਦਾ। ਰੇਸ ਦੇ ਵਿੱਚ ਆਪਣੇ ਆ ਜਾਂਦੇ ਆ
ਕਿ ਅਸੀਂ ਕਿਸ ਉਹਨੂੰ ਬਿਲੋਂਗ ਕਰਦੇ ਹਾਂ, ਮਤਲਬ ਸੋਸ਼ਲ ਰੇਸ ਆ ਜਾਂਦੀ ਹੈ ਇਹ। ਜਿਵੇਂ ਜਿਹੜੇ ਤੁਸੀਂ ਕਹਿ ਲਓ ਵੀ ਜਿਹੜੇ ਖੇਤਾਂ 'ਚ ਕੰਮ ਕਰਨ ਵਾਲੇ ਕਿਸਾਨ ਹੋ ਗਏ, ਹੋਰ ਹੋ ਗਏ ਲੋਕ, ਉਹਨਾਂ ਦੇ ਤੁਸੀਂ ਦੇਖੋ ਸਰੀਰ ਅਤੇ ਹੱਡ ਜੇ ਮਜ਼ਬੂਤ ਹੁੰਦੇ ਨੇ, ਜਿਹੜੇ ਚੀੜੇ ਹੱਡ ਹੁੰਦੇ ਨੇ। ਪਰ ਜਿਹੜੇ ਤੁਸੀਂ ਦਫ਼ਤਰਾਂ ਦੇ ਵਿੱਚ, ਆਫਿਸਿਸ ਦੇ ਵਿੱਚ ਕੰਮ ਕਰਨ ਵਾਲੇ ਜਾਂ ਸ਼ੋਪਸ ਦੇ ਓਨਰਸ ਜਿਹੜੇ ਦੇਖੋਗੇ, ਉਹ ਥੋੜ੍ਹੇ ਜਿਹੇ ਕੂਲੇ ਹੁੰਦੇ ਆ, ਕਿਉਂਕਿ ਉਹਨਾਂ ਨੇ ਫਿਜ਼ੀਕਲ ਐਕਟੀਵਿਟੀ ਘੱਟ ਕਰਨੀ ਹੁੰਦੀ ਹੈ। ਉਸ ਤੋਂ ਬਾਅਦ ਜਿਹੜੇ ਤੁਸੀਂ ਡੇਅਰੀਆਂ ਵਾਲੇ ਦੇਖੋਗੇ, ਜਿਨ੍ਹਾਂ ਨੇ ਡੰਗਰ ਮਾਲ ਬੱਚੇ ਰੱਖੇ ਹੁੰਦੇ ਨੇ, ਉਹਨਾਂ ਦੇ ਬੋਲਬਾਣੀ ਵਿੱਚ, ਉਹਨਾਂ ਦੇ ਵਾਧੇ ਵਿੱਚ ਅੱਡ ਫਰਕ ਹੋਊਗਾ, ਹੈ ਨਾ। ਤਾਂ ਉਹ ਆ ਜਾਂਦਾ। ਇਮੋਸ਼ਨਲ ਫੈਕਟਰਸ ਬਹੁਤ ਆ। ਇਮੋਸ਼ਨਲ ਫੈਕਟਰਸ ਜਿਹੜੇ ਨੇ ਉਹ ਗਰੋਥ ਅਤੇ ਡਿਵੈਲਪਮੈਂਟ 'ਤੇ ਬਹੁਤ ਫਰਕ ਪਾਉਂਦੇ ਨੇ। ਕਿ ਕੋਈ ਬੱਚਾ ਜਿਹੜਾ ਉਹ ਸੈਂਸੀਟਿਵ ਹੈ ਨਾ, ਅਤੇ ਉਹਦਾ ਜਿਹੜਾ ਜੇ ਉਹਨੂੰ ਹਲਕਾ ਜਿਹਾ ਝਿੜਕ ਦਿੱਤਾ ਗਿਆ, ਕਿਸ ਤਰੀਕੇ ਨਾਲ ਹੋ ਗਿਆ, ਤਾਂ ਉਹ ਬਹੁਤ ਛੇਤੀ ਉਹਦਾ ਵਿਕਾਸ ਜਿਹੜਾ ਆ ਉਹ ਇੱਕ ਉਹਦੇ 'ਤੇ ਲੱਗ ਜੂਗਾ, ਪੌਜ਼ 'ਤੇ ਲੱਗ ਜੂਗਾ। ਸੈਕਿੰਡ ਆ ਜਾਂਦੇ ਆਪਣੇ ਕੋਲ ਐਕਸਟਰਨਲ ਫੈਕਟਰਸ। ਐਕਸਟਰਨਲ ਫੈਕਟਰਸ ਦੇ ਵਿੱਚ ਪ੍ਰੀਨੈਟਲ ਐਨਵਾਇਰਨਮੈਂਟ। ਪ੍ਰੀਨੈਟਲ ਐਨਵਾਇਰਨਮੈਂਟ ਹੁੰਦਾ ਜਦੋਂ ਕਨਸੀਵ ਕੀਤਾ ਹੁੰਦਾ ਔਰ ਗਰਭ ਦੇ ਵਿੱਚ ਹੁੰਦਾ ਹੈ, ਜਦੋਂ ਬੱਚਾ ਵੂਮ ਦੇ ਵਿੱਚ ਹੁੰਦਾ ਡਿਊਰਿੰਗ ਪ੍ਰੈਗਨੈਂਸੀ। ਤਾਂ ਉਹਦੇ ਵਿੱਚ ਕੀ ਹੁੰਦਾ, ਮਾਂ ਜਿਸ ਤਰ੍ਹਾਂ ਦਾ ਖਾਣਾ ਪੀਣਾ ਖਾ ਰਹੀ ਹੈ, ਜਿੰਨਾ ਕੁ ਵਰਕਆਊਟ ਕਰ ਰਹੀ ਹੈ, ਐਕਸਰਸਾਈਜ਼ ਕਰ ਰਹੀ ਹੈ, ਜਿਸ ਤਰੀਕੇ ਨਾਲ ਉਹ ਨਿਊਟਰੀਐਂਟਸ ਲੈ ਰਹੀ ਹੈ, ਉਹਦਾ ਵਾਧੇ ਅਤੇ ਵਿਕਾਸ ਦੇ ਉੱਤੇ ਬਹੁਤ ਫਰਕ ਪੈਂਦਾ ਹੈ। ਪੋਸਟ ਨੈਟਲ ਐਨਵਾਇਰਨਮੈਂਟ ਦੇ ਵਿੱਚ ਆ ਗਿਆ ਨਿਊਟ੍ਰੀਸ਼ੀਅਸ ਫੂਡ। ਜਿੰਨਾ ਵਧੀਆ ਤੁਸੀਂ ਖਾਣਾ ਖਾਓਗੇ, ਆਪਾਂ ਪਹਿਲਾਂ ਗੱਲ ਕੀਤੀ ਹੈ, ਹੈਲਦੀ ਮਾਈਂਡ ਲਿਵਸ ਇਨ ਅ ਹੈਲਦੀ ਬਾਡੀ। ਅਤੇ ਐਕਸੀਡੈਂਟਸ, ਜੇ ਖੁਦਾ ਨਾ ਖਾਸਤਾ ਤੁਹਾਡਾ ਕੋਈ ਨਾ ਕੋਈ ਐਕਸੀਡੈਂਟ ਹੋ ਜਾਂਦਾ, ਤਾਂ ਉਹਦੇ 'ਚ ਕੀ ਹੋ ਜਾਂਦਾ, ਕੋਈ ਲੱਤ ਪੈਰ ਅੰਗ ਟੁੱਟ ਜਾਂਦਾ ਜਾਂ ਸਿਰ ਦੇ ਉੱਤੇ ਸੱਟ ਲੱਗ ਜਾਂਦੀ ਹੈ, ਤਾਂ ਕਿਤੇ ਨਾ ਕਿਤੇ ਤੁਹਾਡਾ ਵਾਧਾ ਰੁਕ ਜਾਂਦਾ, ਅਤੇ ਵਾਧੇ ਦੇ ਨਾਲ ਜਿਹੜਾ ਵਿਕਾਸ ਹੈ ਉਹਦੇ ਵਿੱਚ ਕਮੀ ਆ ਜਾਂਦੀ ਹੈ। ਸੋਸ਼ੋ ਇਕਨੋਮਿਕ ਫੈਕਟਰ। ਸੋਸ਼ੋ ਇਕਨੋਮਿਕ ਫੈਕਟਰ ਦੇ ਵਿੱਚ ਆ ਗਿਆ ਤੁਹਾਡੇ ਫੈਮਿਲੀ ਦਾ ਸੋਸ਼ਲ ਅਤੇ ਇਕਨੋਮਿਕ ਸਟੇਟਸ। ਜੇ ਤੁਹਾਡੇ ਘਰ ਦੇ ਵਿੱਚ ਪੈਸਾ ਘੱਟ ਹੈ, ਆਮਦਨ ਘੱਟ ਹੈ, ਤੁਹਾਡਾ ਉਹਨਾਂ ਨਿਊਟ੍ਰੀਸ਼ੀਅਸ ਫੂਡ ਜਿਵੇਂ ਫਰੂਟਸ ਵਗੈਰਾ, ਡਰਾਈ ਫਰੂਟਸ ਵਗੈਰਾ, ਹੁਣ ਤੁਹਾਨੂੰ ਪਤਾ ਹੀ ਹੈ ਬਹੁਤ ਮਹਿੰਗੇ ਨੇ, ਤਾਂ ਉਹ ਖਰੀਦਣੇ ਬਹੁਤ ਮੁਸ਼ਕਿਲ ਹੋ ਜਾਂਦੇ ਨੇ। ਤਾਂ ਉਹਦੇ ਨਾਲ ਤੁਹਾਡਾ ਵਾਧਾ ਰੁਕਦਾ, ਅਤੇ ਵਾਧੇ ਦੇ ਨਾਲ ਨਾਲ ਵਿਕਾਸ ਦੇ ਉੱਤੇ ਵੀ ਇੰਪੈਕਟ ਪੈਂਦਾ। ਅਤੇ ਵਿਕਾਸ ਕਰਨ ਦੇ ਲਈ, ਡਿਵੈਲਪਮੈਂਟ ਦੇ ਲਈ ਅੱਛੇ ਸਕੂਲ ਦੇ ਵਿੱਚ ਪੜ੍ਹਾਉਣਾ, ਹੈ ਨਾ, ਅਤੇ ਉਹੋ ਜਿਹੀ ਐਕਟੀਵਿਟੀਜ਼ ਕਰਵਾਉਣੀਆਂ, ਬੁੱਕਸ ਖਰੀਦਣੀਆਂ, ਕਰਨੀਆਂ, ਤਾਂ ਉਹਦੇ ਨਾਲ ਬਹੁਤ ਫਰਕ ਪੈਂਦਾ। ਇਕਨੋਮਿਕ ਫੈਕਟਰ ਜਿਹੜਾ ਉਹ ਬਹੁਤ ਇੰਪੈਕਟ ਪਾਉਂਦਾ। ਫਿਜ਼ੀਕਲ ਐਨਵਾਇਰਨਮੈਂਟ। ਫਿਜ਼ੀਕਲ ਐਨਵਾਇਰਨਮੈਂਟ ਜਿਹੜਾ ਤੁਹਾਡਾ ਆਲਾ ਦੁਆਲਾ ਹੈ, ਜਿਸ ਤਰੀਕੇ ਨਾਲ ਤੁਸੀਂ ਜਿੱਥੇ ਤੁਸੀਂ ਰਹਿੰਦੇ ਹੋ, ਜਿਵੇਂ ਮੰਨ ਲਓ ਜਿਹੜੇ ਘਰ ਵਿੱਚ ਤੁਸੀਂ ਰਹਿ ਰਹੇ ਹੋ, ਉਸ ਘਰ ਦੇ ਵਿੱਚ ਆਲੇ ਦੁਆਲੇ ਤੁਹਾਡੇ ਕਿੰਨੇ ਕੁ ਰੁੱਖ ਬੂਟੇ ਲੱਗੇ ਹੋਏ ਨੇ, ਪਾਰਕ ਵਗੈਰਾ ਹੈਗੇ ਆ, ਨਹੀਂ ਹੈਗੇ, ਹੈ ਨਾ। ਉਹ ਨੇੜੇ ਤੇੜੇ ਤੁਹਾਡੇ ਗੁਰਦੁਆਰਾ, ਮੰਦਿਰ, ਸੋਸ਼ਲ ਐਕਟੀਵਿਟੀਜ਼ ਕਿਸ ਤਰ੍ਹਾਂ ਦੀਆਂ ਹੋ ਰਹੀਆਂ ਨੇ, ਉਹ ਬਹੁਤ ਫਰਕ ਪਾਉਂਦੀਆਂ ਨੇ। ਨੈਕਸਟ ਆਪਣੇ ਕੋਲ ਆ ਜਾਂਦਾ ਜੋਗ੍ਰਾਫੀਕਲ ਕੰਡੀਸ਼ਨਸ। ਜੋਗ੍ਰਾਫੀਕਲ ਕੰਡੀਸ਼ਨਸ ਗਰੋਥ ਐਂਡ ਡਿਵੈਲਪਮੈਂਟ 'ਤੇ ਸਭ ਤੋਂ ਵੱਧ ਵਾਧਾ ਪਾਉਂਦੇ ਨੇ। ਤੁਸੀਂ ਦੇਖੋ ਕਿ ਸਾਊਥ ਦੇ ਜਿਹੜੇ ਲੋਕ ਨੇ ਉਹ ਪਤਲੇ ਔਰ ਕਾਲੇ ਹੁੰਦੇ ਨੇ, ਕਿਉਂਕਿ ਉੱਥੇ ਗਰਮੀ ਜ਼ਿਆਦਾ ਹੈ ਔਰ ਸਾਰਾ ਸਾਲ ਹੀ ਜਿਹੜਾ ਆ ਉਹ ਇੱਕੋ ਤਰ੍ਹਾਂ ਦਾ ਮੌਸਮ ਰਹਿੰਦਾ, ਚਿਪਚਿਪਾ ਜਿਹਾ, ਔਰ ਬਾਰਿਸ਼ ਹੁੰਦੀ ਹੈ। ਅਤੇ ਜਿੱਦਾਂ ਹੀ ਤੁਸੀਂ ਇੱਧਰ ਪੰਜਾਬ ਵੱਲ ਆਉਂਦੇ ਹੋ, ਹਰ ਤਰ੍ਹਾਂ ਦਾ ਮੌਸਮ ਹੁੰਦਾ, ਤਾਂ ਪੰਜਾਬ ਦੇ ਵਿੱਚ ਤੁਹਾਨੂੰ ਅੱਤ ਗੋਰਾ, ਕਾਲਾ, ਭੂਰਾ ਅਤੇ ਕਣਕ ਬਿੰਨਾ ਹਰ ਤਰ੍ਹਾਂ ਦਾ ਮਿਲ ਜਾਂਦਾ ਹੈ। ਅਤੇ ਜੋਗ੍ਰਾਫੀਕਲ ਕੰਡੀਸ਼ਨ ਵਿੱਚ ਆਪਾਂ ਇੱਕ ਹੋਰ ਗੱਲ ਕਰਾਂਗੇ ਕਿ ਜਿਹੜੇ ਰਾਜਸਥਾਨ ਦੇ ਤੁਸੀਂ ਡੀਪ ਰਾਜਸਥਾਨ, ਜੈਸਲਮੇਰ, ਬਾੜਮੇਰ ਵਾਲੇ ਲੋਕ ਤੁਸੀਂ ਦੇਖੋਗੇ, ਉਹ ਬਹੁਤ ਪਤਲੇ ਚੀੜੇ, ਅਤੇ ਉਹ ਬਹੁਤ ਘੱਟ ਪਾਣੀ ਨਾਲ ਵੀ ਗੁਜ਼ਾਰਾ ਕਰ ਲੈਂਦੇ, ਔਰ ਮਿਰਚ ਬਹੁਤ ਖਾਂਦੇ ਨੇ। ਅਤੇ ਉਹਨਾਂ ਦੇ ਜਿਹੜੀ ਉਹ ਜੋਗ੍ਰਾਫੀਕਲ ਕੰਡੀਸ਼ਨਸ ਕਰਕੇ ਉਹਨਾਂ ਦਾ ਫਰਕ ਪੈਂਦਾ ਹੈ। ਨਾਲ ਹੀ ਆਪਾਂ ਜੇ ਗੱਲ ਕਰੀਏ ਜੋਗ੍ਰਾਫੀਕਲ ਕੰਡੀਸ਼ਨਸ ਦੀ, ਅਤੇ ਜਿਹੜੇ ਰਸ਼ੀਆ ਵਾਲੇ ਨੇ, ਇੰਗਲੈਂਡ ਵਾਲੇ ਨੇ, ਉਹਨਾਂ ਨੂੰ ਠੰਡ ਘੱਟ ਲੱਗਦੀ ਹੈ, ਜਦਕਿ ਉਹ ਬਹੁਤ ਠੰਡੇ ਮੁਲਕ ਨੇ। ਜਦੋਂ ਉਹ ਇੰਡੀਆ 'ਚ ਆਉਂਦੇ ਉਹਨਾਂ ਨੂੰ ਗਰਮੀ ਲੱਗਦੀ ਹੈ। ਨੇਬਰਹੁੱਡ, ਤੁਹਾਡਾ ਆਂਢ ਗੁਆਂਢ ਬਹੁਤ ਪ੍ਰਭਾਵ ਪਾਉਂਦਾ। ਜਿਵੇਂ ਆਪਾਂ ਫਿਜ਼ੀਕਲ ਐਨਵਾਇਰਨਮੈਂਟ 'ਚ ਗੱਲ ਕੀਤੀ, ਹੁਣ ਮੰਨ ਲਓ ਗੁਆਂਢੀ ਤੁਹਾਡੇ ਸ਼ਰਾਬੀ ਨੇ, ਹੈ ਨਾ, ਤਾਂ ਉਹ ਰੋਜ਼ ਗਾਲੀ ਗਲੋਚ ਕਰਦੇ ਨੇ। ਤੁਹਾਡਾ ਜਿਹੜਾ ਬੱਚਾ ਆ ਉਹ ਜਿਹੜਾ ਉਹਦਾ ਜਦੋਂ ਵਿਕਾਸ ਹੋਊਗਾ, ਤਾਂ ਉਹ ਗਾਲੀ ਗਲੋਚ ਜਿਹੜਾ ਉਹ ਆਂਢ ਗੁਆਂਢ ਤੋਂ ਹੀ ਸਿੱਖ ਲੂਗਾ। ਉਹ ਚਾਈਲਡਹੁੱਡ ਐਕਸਪੀਰੀਅੰਸ ਦੇ ਵਿੱਚ ਆ ਜਾਂਦਾ। ਜਦੋਂ ਬੱਚਾ ਛੋਟਾ ਸੀਗਾ, ਉਹਦਾ ਜਿਹੜਾ ਐਕਸਪੀਰੀਅੰਸ ਉਹਨੇ ਨੈਚੁਰਲ ਐਕਸਪੀਰੀਅੰਸ ਕੀਤੇ ਨੇ, ਜਿਹੜੇ ਉਹਨੇ ਜਿਸ ਤਰੀਕੇ ਨਾਲ ਉਹਨੂੰ ਪੇਰੈਂਟਸ ਨੇ ਟਰੀਟ ਕੀਤਾ, ਹੈ ਨਾ, ਜਿਸ ਤਰੀਕੇ ਨਾਲ ਉਹਨੂੰ ਸੋਸਾਇਟੀ ਨੇ ਟਰੀਟ ਕੀਤਾ, ਉਹਦਾ ਬਹੁਤ ਪ੍ਰਭਾਵ ਪੈਂਦਾ। ਜਿਵੇਂ ਮੰਨ ਲਓ ਤੁਸੀਂ ਛੋਟੇ ਬੱਚੇ ਨੂੰ ਕਲਾਸ ਦੇ ਵਿੱਚ ਸ਼ਰਾਰਤੀ ਕਹਿਣ ਲੱਗ ਜਾਓਗੇ, ਤਾਂ ਉਹਨੂੰ ਲੱਗਦਾ ਕਿ ਮੇਰੀ ਰੈਕਗਨੀਸ਼ਨ ਆ, ਉਹ ਸ਼ਰਾਰਤਾਂ ਕਰਨੀਆਂ ਹੀ ਸ਼ੁਰੂ ਕਰ ਦੂਗਾ। ਐਕਟੀਵਿਟੀਜ਼ ਐਂਡ ਐਕਸਰਸਾਈਜ਼, ਸੇਮ ਗੱਲ ਆ ਗਈ। ਸਕੂਲ ਦੇ ਵਿੱਚ ਅਤੇ ਘਰ ਦੇ ਵਿੱਚ ਕਿਸ ਤਰ੍ਹਾਂ ਦੀਆਂ ਐਕਟੀਵਿਟੀਜ਼ ਕਰਵਾਉਂਦੇ ਹੋ ਤੁਸੀਂ ਬੱਚੇ ਤੋਂ, ਐਕਸਰਸਾਈਜ਼ ਕਰਵਾਉਂਦੇ ਹੋ, ਨਹੀਂ ਕਰਵਾਉਂਦੇ, ਉਹ ਸਾਰਾ ਆ ਜਾਂਦਾ ਹੈ। ਫੈਮਿਲੀ ਦੇ ਵਿੱਚ ਰੋਲ ਆਫ ਫੈਮਿਲੀ ਬਹੁਤ ਜ਼ਿਆਦਾ ਹੈ। ਫੈਮਿਲੀ ਬਹੁਤ ਇਫੈਕਟ ਕਰਦੀ ਹੈ। ਜਿਹੜੀ ਫੈਮਿਲੀ ਦੇ ਵਿੱਚ ਪੇਰੈਂਟਸ, ਬ੍ਰਦਰ ਸਿਸਟਰਸ, ਜਾਂ ਜਿੰਨੇ ਵੀ ਫੈਮਿਲੀ ਮੈਂਬਰਸ ਹੈਗੇ ਨੇ, ਗ੍ਰੈਂਡ ਪੇਰੈਂਟਸ ਨੇ,
ਉਹ ਜਿੰਨੀ ਸੁਹਿਰਦਤਾ ਨਾਲ ਸਿਆਣਪ ਨਾਲ ਗੱਲ ਕਰਦੇ ਨੇ, ਇੱਕ ਦੂਜੇ ਨੂੰ ਰਿਸਪੈਕਟ ਦਿੰਦੇ ਤਾਂ ਬੱਚਾ ਰਿਸਪੈਕਟ ਦੇਊਗਾ। ਜੇ ਉਹ ਆਪਸ 'ਚ ਡਿਸਰਿਸਪੈਕਟ ਕਰਦੇ ਨੇ ਤਾਂ ਬੱਚਾ ਵੀ ਡਿਸਰਿਸਪੈਕਟ ਹੀ ਕਰੂਗਾ। ਇਹਦੇ ਵਿੱਚ ਬੱਚੇ ਦੀ ਕੋਈ ਵੀ ਗਲਤੀ ਨਹੀਂ ਹੁੰਦੀ। ਉਸ ਤੋਂ ਬਾਅਦ ਆ ਜਾਂਦਾ ਸਕੂਲ ਦੇ ਵਿੱਚ ਜਿੱਦਾਂ ਹੀ ਬੱਚਾ ਸਟੈਪ ਇਨ ਕਰਦਾ, ਸਕੂਲ ਦੇ ਵਿੱਚ ਬੱਚਾ ਸਟੈਪ ਇਨ ਕਰਕੇ ਇੱਕ ਨਵੀਂ ਦੁਨੀਆ ਦੇ ਵਿੱਚ ਪਹੁੰਚਦਾ, ਜਿੱਥੇ ਟੀਚਰਸ ਦਾ ਬਹੁਤ ਇੰਪੈਕਟ ਪੈਂਦਾ ਉਹਦੇ 'ਤੇ। ਤੁਸੀਂ ਦੇਖਿਆ ਹੋਊਗਾ ਟੀਚਰਸ ਜਿਹੜੇ ਨੇ ਬਹੁਤ ਜ਼ਿਆਦਾ ਸੱਜ ਧੱਜ ਕੇ ਆਉਣ ਲੱਗ ਜਾਂਦੇ, ਤਾਂ ਬੱਚਾ ਜਿਹੜਾ ਘਰ 'ਚ ਜਾ ਕੇ ਜਿੱਦ ਕਰਦਾ ਕਿ ਮੈਂ ਵੀ ਸੱਜ ਧੱਜ ਕੇ ਆਉਣਾ। ਤਾਂ ਟੀਚਰ ਜਿਹੜੇ ਆ ਸਟਾਫ ਰੂਮ ਦੇ ਵਿੱਚ ਜਿੱਦਾਂ ਇੱਕ ਦੂਜੇ ਨੂੰ ਬੋਲਣਗੇ ਜਾਂ ਟੀਚਰ ਜਿਸ ਤਰੀਕੇ ਨਾਲ ਇੱਕ ਦੂਜੇ ਨਾਲ ਟਰੀਟ ਕਰਦੇ, ਬੱਚਾ ਉਹਨੂੰ ਕਾਪੀ ਕਰਦਾ। ਜੇ ਟੀਚਰ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ, ਕਿਉਂਕਿ ਟੀਚਰ ਨੇ ਜੋ ਕਹਿਤਾ ਬੱਚੇ ਲਈ ਉਹ ਪੱਥਰ 'ਤੇ ਲਕੀਰ ਹੁੰਦੀ ਹੈ। ਔਰ ਨਾਲ ਹੀ ਇੱਕ ਹੋਰ ਗੱਲ ਕਰਾਂਗੇ ਆਪਾਂ ਕਿ ਸਕੂਲ ਦੀਆਂ ਐਕਟੀਵਿਟੀਜ਼ ਦਾ ਬਹੁਤ ਇੰਪੈਕਟ ਪੈਂਦਾ, ਕਿ ਸਕੂਲ ਕਿਸ ਤਰ੍ਹਾਂ ਦੀ ਲੈਂਗੁਏਜ ਜਿਹੜਾ ਬੱਚੇ ਨੂੰ ਸਿਖਾ ਰਿਹਾ, ਕਿਸ ਤਰੀਕੇ ਦੀਆਂ ਐਕਟੀਵਿਟੀਜ਼ ਵਿੱਚ ਬੱਚੇ ਨੂੰ ਇਨਵੋਲਵ ਕਰ ਰਿਹਾ। ਬੱਚੇ ਦੀ ਡਿਵੈਲਪਮੈਂਟ ਅਤੇ ਗਰੋਥ ਦੇ ਵਿੱਚ ਸਕੂਲ ਦਾ 80% ਜਿਹੜਾ ਉਹ ਹਿੱਸਾ ਹੁੰਦਾ ਹੈ। ਓਪਰਚੁਨਿਟੀਜ਼ ਐਂਡ ਸਰਕਮਸਟਾਂਸਿਸ, ਇਹ ਤੋਂ ਬਾਅਦ ਮਿਲਦਾ ਵੀ ਕਿਸ ਤਰ੍ਹਾਂ ਦੀਆਂ ਓਪਰਚੁਨਿਟੀਜ਼ ਜਿਹੜੀਆਂ ਨੇ ਉਹ ਦਿੱਤੀਆਂ ਜਾਂਦੀਆਂ ਨੇ ਪੇਰੈਂਟਸ ਵੱਲੋਂ, ਫੈਮਿਲੀ ਵੱਲੋਂ, ਸਕੂਲ ਵੱਲੋਂ, ਉਹਨਾਂ ਨੂੰ ਕਿੱਦਾਂ ਦੀਆਂ ਓਪਰਚੁਨਿਟੀਜ਼ ਦਿੱਤੀਆਂ ਜਾਂਦੀਆਂ ਨੇ। ਨਾਲ ਹੀ ਜਿਹੜੀਆਂ ਸਰਕਮਸਟਾਂਸਿਸ ਨੇ ਉਹ ਵੀ ਤੁਹਾਡੇ ਵਾਧੇ ਵਿਕਾਸ 'ਤੇ ਬਹੁਤ ਪ੍ਰਭਾਵ ਪਾਉਂਦੇ ਨੇ। ਮੰਨ ਲਓ ਤੁਸੀਂ ਹੁਣ BEd ਕਰ ਲਈ, BEd ਕਰਨ ਤੋਂ ਬਾਅਦ BA BEd ਤੋਂ ਬਾਅਦ ਸਾਰਿਆਂ ਨੂੰ ਇਹ ਲੱਗਦਾ ਜਾਂ MA BEd ਤੋਂ ਬਾਅਦ ਕਿ ਹੁਣ ਅਸੀਂ ਟੀਚਿੰਗ ਦੀ ਜੋਬ ਕਰਾਂਗੇ। ਤਾਂ ਸਰਕਮਸਟਾਂਸਿਸ ਕੀ ਬਣਦੇ ਨੇ ਜਦੋਂ ਤੁਸੀਂ ਜੋਬ ਲੈਣ ਜਾਂਦੇ ਹੋ, ਤਾਂ ਅੱਛੇ ਸਕੂਲਸ ਜਿਹੜੇ ਨੇ ਉਹਨਾਂ ਦੇ ਵਿੱਚ ਫਲੂਐਂਟ ਇੰਗਲਿਸ਼ ਮੰਗਦੇ ਨੇ। ਜਿਹੜੇ ਥੋੜ੍ਹੇ ਸਕੂਲ ਐਵਰੇਜ ਸਕੂਲਸ ਨੇ ਉਹਦੇ ਵਿੱਚ ਸੈਲਰੀ ਘੱਟ ਹੁੰਦੀ ਹੈ। ਫਿਰ ਤੁਸੀਂ ਕਹਿੰਦੇ ਹੋ ਗਵਰਨਮੈਂਟ ਦੇ ਲਈ, ਗਵਰਨਮੈਂਟ ਦੇ ਵਿੱਚ ਤੁਹਾਨੂੰ ਫਿਰ ਓਪਰਚੁਨਿਟੀ ਮਿਲਦੀ ਹੈ। ਓਪਰਚੁਨਿਟੀ ਲੈਣ ਤੋਂ ਪਹਿਲਾਂ ਤੁਸੀਂ ਕੀ ਕਰਨਾ, ਟੈਸਟ ਦੇਣਾ ਹੁੰਦਾ, ਤਾਂ ਟੈਸਟ ਦੇਣਾ ਪੈਂਦਾ ਆ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਓਪਰਚੁਨਿਟੀ ਐਂਡ ਸਰਕਮਸਟਾਂਸਿਸ 'ਚ ਆ ਜਾਂਦੀਆਂ, ਤੁਹਾਡੇ ਵਾਧੇ ਅਤੇ ਵਿਕਾਸ ਨੂੰ ਅਫੈਕਟ ਕਰਦੀਆਂ ਨੇ। ਤਾਂ ਉਮੀਦ ਕਰਦਾ ਤੁਹਾਨੂੰ ਇਹ ਜਿਹੜੇ ਨੋਟਸ ਨੇ ਸਮਝ ਆ ਗਏ ਹੋਣਗੇ। ਥੋੜ੍ਹਾ ਫਾਸਟ ਇਸ ਲਈ ਬੋਲਿਆ ਕਿਉਂਕਿ ਵੀਡੀਓ ਲੰਬੀ ਹੋ ਜਾਂਦੀ ਹੈ, ਵੀਡੀਓ ਲੰਬੀ ਹੋਣ ਕਰਕੇ ਅਤੇ ਫਿਰ ਬਾਅਦ 'ਚੋਂ ਬੋਰਿੰਗ ਵੀ ਲੱਗਣ ਲੱਗ ਜਾਂਦੀ ਹੈ ਵੀਡੀਓ ਜੇ ਜ਼ਿਆਦਾ ਲੰਬੀ ਹੋਵੇ। ਤਾਂ ਇਹਦੇ ਵਿੱਚ ਆਪਾਂ ਅੱਜ ਫਸਟ ਯੂਨਿਟ ਜਿਹੜਾ ਆਪਾਂ ਉਹਦਾ ਕੰਪਲੀਟ ਕੀਤਾ ਆ। ਤਾਂ ਇਹ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਤੁਹਾਨੂੰ ਫਸਟ ਯੂਨਿਟ ਦੇ ਵਿੱਚ ਤੁਸੀਂ ਪਹਿਲਾ ਟੌਪਿਕ ਜਿਹੜਾ ਆਪਾਂ ਪਹਿਲੀ ਵੀਡੀਓ ਅਤੇ ਦੂਸਰੀ ਵੀਡੀਓ ਜਿਹੜੀ ਆ ਦੋਨੋਂ ਕਰ ਲਓ। ਤੁਸੀਂ ਫਸਟ ਸੈਕਿੰਡ ਵੀਡੀਓ ਤੁਸੀਂ ਕਰ ਲਓ ਧਿਆਨ ਨਾਲ, ਤਾਂ ਤੁਹਾਡਾ ਫਸਟ ਯੂਨਿਟ ਜਿਹੜਾ ਉਹ ਕੰਪਲੀਟ ਹੋ ਜਾਂਦਾ ਅਤੇ ਵਧੀਆ ਤਰੀਕੇ ਨਾਲ ਕੰਪਲੀਟ ਹੋ ਜਾਂਦਾ। ਔਰ ਈਜ਼ੀ ਹੈ ਇਹ ਕਰਨਾ। ਇਹਦੇ ਬਾਰੇ ਤੁਹਾਨੂੰ ਕੋਈ ਵੀ ਕੁਐਰੀ ਹੋਵੇ, ਕੁਝ ਪੁੱਛਣਾ ਹੋਵੇ ਤਾਂ ਤੁਸੀਂ ਵੀਡੀਓ ਦੇ ਕੌਮੈਂਟ ਕਰਕੇ ਦੱਸ ਦੇਣਾ, ਅਤੇ ਵੀਡੀਓ ਦੇ ਵਿੱਚ ਕੌਮੈਂਟ ਜਿਹੜਾ ਹੋਊਗਾ ਤੁਹਾਨੂੰ ਅਸੀਂ ਉਹਦੇ ਆਪ ਰਿਪਲਾਈ ਕਰਾਂਗੇ। ਇੰਸਟਾਗ੍ਰਾਮ ਦੇ ਉੱਤੇ ਸਾਨੂੰ ਫੋਲੋ ਕਰ ਲਓ। ਔਰ ਜੇ PDF ਚਾਹੀਦੀ ਹੈ ਤਾਂ ਆਪਣੀ ਈਮੇਲ ID ਜਿਹੜੀ ਆ ਉਹ ਕੌਮੈਂਟਸ ਦੇ ਵਿੱਚ ਡਰੋਪ ਕਰਿਓ, ਅਸੀਂ ਤੁਹਾਨੂੰ PDF ਮੇਲ ਕਰ ਦਾਂਗੇ। ਚੜ੍ਹਦੀ ਕਲਾ ਵਿੱਚ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Spreading all around my room, my world's so bright, it's hard to breathe, but that's alright. Hush.